ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਨਾਮ ਧਿਆਏ ਸੋ ਸੁਖੀ, ਤਿਸ ਮੁਖ ਊਜਲ ਹੋਏ। ਪੂਰੇ ਗੁਰ ਤੇ ਪਾਈਐ, ਪ੍ਰਗਟ ਸਭਨੀ ਲੋਏ। ਸਾਧ ਸੰਗਤ ਕੈ ਘਰ ਵਸੈ, ਏਕੋ ਸੱਚਾ ਸੋਏ। ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ। ਆਗੈ ਲੈ ਛਡਾਏ ਰਹਾਉ, ਦੁਨੀਆ ਕੀਆਂ ਵਡਿਆਈਆਂ। ਕਵਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ। ਜਾਤੋ ਬਿਨਸ ਨਿਧਾਨ, ਮਾਇਆ ਕਾ ਰੰਗ ਸਭ ਫਿੱਕਾ। ਜਾਤੋ ਬਿਨਸ ਨਿਧਾਨ, ਜਾਂ ਕੈ ਹਿਰਦੈ ਹਰਿ ਵਸੈ। ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਰੇਣੁਕਾ। ਆਪਣਾ ਆਪ ਤਿਆਗ, ਉਪਾਵ ਸਿਆਣਪ ਸਗਲ ਛੱਡ। ਗੁਰ ਕੀ ਚਰਣੀ ਲਾਗ, ਤਿਸ ਹੈ ਪ੍ਰਾਪਤ ਰਤਨ ਹੋਏ। ਜਿਸ ਮਸਤਕ ਹੋਵੈ ਭਾਗ, ਤਿਸੈ ਪ੍ਰਾਪਤ ਭਾਈ ਹੋ। ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ। ਜਿਸ ਬਿਨਸੈ ਹਉ ਮੈਂ ਤਾਪ। ਨਾਨਕ ਕੋ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਸ਼ਬਦ ਗੁਰੂ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਬਣੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਤਰੁੱਠੇ ਨੇ, ਸਵਾਸ ਬਖਸ਼ੇ ਨੇ, ਉਹਨਾਂ ਨੇ ਤੇ ਆਪਣੀ ਸੇਵਾ ਦੇ ਵਿੱਚ ਲਾਇਆ ਹੈ। ਗਲੋਬਲ ਗੁਰਬਾਣੀ ਵਿਚਾਰ ਵੱਲੋਂ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਪ੍ਰਾਰੰਭ ਕੀਤੀ ਗਈ ਹੈ, ਜਿਸ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ 77 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 78 ਨੰਬਰ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 45 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ 4 ਬੰਦ ਤੇ 1 ਬੰਦ ਰਹਾਉ ਦਾ ਹੈ। ਰਹਾਉ ਦੇ ਬੰਦ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ ਹੋਣ ਕਰਕੇ ਹਮੇਸ਼ਾ ਹੀ ਆਪਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਰਹਾਉ ਦੇ ਬੰਦ ਤੋਂ ਹੀ ਵਿਚਾਰ ਪ੍ਰਾਰੰਭ ਕੀਤੀ ਜਾਵੇ। ਸੋ ਇਸ ਨਿਯਮ ਨੂੰ ਧਿਆਨ ਰੱਖਦਿਆਂ ਹੋਇਆਂ ਰਹਾਉ ਦੀਆਂ ਪੰਕਤੀਆਂ ਤੋਂ ਹੀ ਆਪਾਂ ਵਿਚਾਰ ਪ੍ਰਾਰੰਭ ਕਰਦੇ ਹਾਂ। ਆਓ ਬੜੇ ਸਤਿਕਾਰ ਤੇ ਅਦਬ ਦੇ ਨਾਲ ਸਤਿਗੁਰੂ ਕੇ ਚਰਨਾਂ ਵਿੱਚ ਜੁੜੀਏ ਤੇ ਅੱਜ ਦੇ ਪਾਵਨ ਗੁਰੂ ਸ਼ਬਦ ਤੋਂ ਸੇਧ ਲਈਏ ਤੇ ਆਪਣੇ ਜੀਵਨ ਦੇ ਵਿੱਚ ਗੁਰਮਤਿ ਨੂੰ ਫਾਲੋ ਕਰਦਿਆਂ ਹੋਇਆਂ ਸਤਿਗੁਰੂ ਦੀ ਮੱਤ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲੱਗ ਕੇ ਸਤਿਗੁਰੂ ਜੀ ਦੇ ਸਿਧਾਂਤ ਉੱਤੇ ਜੀਵਨ ਨੂੰ ਜੇ ਆਪਾਂ ਤੋਰਾਂਗੇ ਤੇ ਸਾਡੀਆਂ ਵਿਚਾਰਾਂ, ਸਾਡੀਆਂ ਕਾਮਨਾਵਾਂ, ਸਾਡੀਆਂ ਇੱਛਾਵਾਂ ਸਾਰੀ ਦੀਆਂ ਸਾਰੀਆਂ ਇੱਕ ਡਿਸਪਲਿਨ ਵਿੱਚ ਹੋਣਗੀਆਂ। ਭਾਵ ਫਿਰ ਕੋਈ ਵੀ ਇੱਛਾ, ਕੋਈ ਵੀ ਡਿਜ਼ਾਇਰ, ਕੋਈ ਵੀ ਕਾਮਨਾ, ਕੋਈ ਵੀ ਮਨਸਾ ਗੁਰੂ ਮੱਤ ਤੇ ਗੁਰੂ ਹੁਕਮ ਤੋਂ ਬਾਹਰ ਨਹੀਂ ਹੋਵੇਗੀ। ਫਿਰ ਇਸ ਜੀਵਨ ਨੂੰ ਜਿਉਣ ਦਾ ਆਨੰਦ ਆਵੇਗਾ, ਕਿਉਂਕਿ ਸੱਚਮੁੱਚ ਆਤਮਿਕ ਤੌਰ ਤੇ ਅਸੀਂ ਮਜ਼ਬੂਤ ਹੋ ਜਾਵਾਂਗੇ। ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਨ ਵਾਲਾ, ਬਾਣੀ ਵਿਚਾਰਨ ਵਾਲਾ ਤੇ ਜਿਹਨੂੰ ਬਾਣੀ ਦੀ ਸਮਝ ਆ ਜਾਵੇ, ਸੱਚ ਕਰਕੇ ਜਾਣਿਓ ਉਹਦਾ ਹਿਰਦਾ ਮਜ਼ਬੂਤ ਹੋ ਜਾਂਦਾ ਹੈ। ਉਹ ਡੋਲਦਾ ਨਹੀਂ, ਭਟਕਦਾ ਨਹੀਂ, ਭਰਮਦਾ ਨਹੀਂ, ਨਾ ਹੀ ਉਹਦੇ ਉੱਪਰ ਕੋਈ ਸੰਸਾਰੀ ਅਨਮਤੀ ਤਿਉਹਾਰ, ਕਰਮਕਾਂਡ ਤੇ ਪਖੰਡਾਂ ਦਾ ਕੋਈ ਅਸਰ ਹੁੰਦਾ ਹੈ, ਕਿਉਂਕਿ ਉਹਦਾ ਜੀਵਨ ਬੜਾ ਸੁਖਾਲਾ ਤੇ ਬੜਾ ਸਿੱਧਾ ਸਾਦਾ ਹੈ। ਮੈਂ ਕਈ ਵਾਰੀ ਆਪਣੇ ਪਰਿਵਾਰ ਵਿੱਚ ਬਹਿ ਕੇ ਵੀ ਇਸ ਗੱਲ ਦੀ ਵਿਚਾਰ ਕਰਦਾ ਹੁੰਦਾ ਕਿ ਬੜੇ ਹੀ ਸੌਖੇ ਆ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ। ਜਿੰਨਾ ਸੌਖਾ ਜੀਵਨ ਗੁਰੂ ਦੇ ਸਿੱਖ ਦਾ ਹੈ ਨਾ ਉਹਨੂੰ ਕੋਈ ਧਨ ਤੇਰਸ ਦਾ ਫਿਕਰ ਆ ਵੀ ਮੈਂ ਅੱਜ ਧਨ ਤੇਰਸ ਮਨਾਉਣੀ ਹੈ, ਨਾ ਉਹਨੂੰ ਇਹ ਡਰ ਆ ਕਿ ਅੱਜ ਦਿਨ ਚੰਗਾ ਹੈ, ਅੱਜ ਦਿਨ ਮਾੜਾ ਹੈ, ਨਾ ਉਹਨੂੰ ਇਹ ਲੋੜ ਆ ਕਿ ਉਹਨੇ ਦੀਵੇ ਬਾਲਣੇ ਨੇ ਅਨਮਤੀ ਤਿਉਹਾਰਾਂ ਨੂੰ ਮਨਾਉਣ ਵਾਸਤੇ, ਨਾ ਉਹਨੂੰ ਕਰਵਾ ਚੌਥ, ਨਾ ਉਹਨੂੰ ਸ਼ਰਾਧ, ਨਾ ਉਹਨੂੰ ਆਦਿਕ। ਇਹ ਸਾਰੇ ਪਖੰਡਾਂ ਚੋਂ ਬਾਹਰ ਕੱਢ ਕੇ ਬੜਾ ਸੌਖਾ ਤੇ ਬਿਲਕੁਲ ਸਾਦਾ ਜੀਵਨ ਗੁਰੂ ਦੇ ਸਿੱਖ ਦਾ ਤੈਅ ਕੀਤਾ। ਤੇ ਜੇ ਕਿਤੇ ਮੈਂ ਕਈ ਵਾਰੀ ਸੋਚਦਾ ਕਿ ਮੇਰਾ ਜਨਮ ਕਿਤੇ ਸਨਾਤਨ ਮੱਤ ਦੇ ਘਰ ਵਿੱਚ ਹੋਇਆ ਹੁੰਦਾ ਤੇ ਮੇਰੀ ਹਾਲਾਤ ਕੀ ਹੁੰਦੇ। ਜਿੰਨੀ ਕੁ ਮੈਂ ਮਿਹਨਤ ਕਰਕੇ ਕਮਾਈ ਕਰਦਾ ਉਨੀਆਂ ਤੇ ਮੈਂ ਤਿਉਹਾਰਾਂ ਤੇ ਵਰਤ ਦੇਣੀਆਂ ਸੀ। ਕਿੰਨੇ ਤਿਉਹਾਰ ਨੇ, ਅੱਜ ਨਰਾਤੇ ਚੱਲ ਪਏ, ਨਰਾਤਿਆਂ ਤੋਂ ਬਾਅਦ ਜੀ ਹੁਣ ਜੀ ਛੋਟੀ ਦੀਵਾਲੀ ਆ ਗਈ, ਦੁਸ਼ਹਿਰਾ ਆ ਗਿਆ, ਵੱਡੀ ਦੀਵਾਲੀ ਆ ਗਈ। ਤੇ ਮੈਂ ਕਈ ਵਾਰੀ ਆਪਣੀ ਘਰਵਾਲੀ, ਆਪਣੀ ਵਾਈਫ ਨੂੰ ਵੀ ਕਹਿਣਾ ਹੁੰਦਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਸਤਿਗੁਰੂ ਕੇ ਘਰ ਵਿੱਚ ਜਨਮ ਮਿਲਿਆ। ਜੇ ਕਿਤੇ ਅਸੀਂ ਸਨਾਤਨ ਮੱਤ ਵਿੱਚ ਹੁੰਦੇ ਤੇ ਪਤਾ ਨਹੀਂ ਉਨੀ ਕਮਾਈ ਨਹੀਂ ਸੀ, ਕਿ ਮਿਹਨਤ ਨਹੀਂ ਸੀ ਹੋਣੀ, ਉਨੀ ਕਿਰਤ ਕਮਾਈ ਨਹੀਂ ਸੀ ਹੋਣੀ ਜਿੰਨੀ ਫਜ਼ੂਲ ਦੇ ਤਿਉਹਾਰਾਂ ਦੇ ਉੱਪਰ ਖਰਚਣੀ ਪੈਣੀ ਸੀ। ਅੱਜ ਧਨ ਤੇਰਸ ਆ ਗਿਆ ਜੀ, ਅੱਜ ਭਾਂਡੇ ਖਰੀਦਣੇ ਨੇ, ਅੱਜ ਦੀਵਾਲੀ ਆ ਗਈ ਜੀ, ਦੀਵੇ ਬਾਲਣੇ ਨੇ, ਅੱਜ ਹੋਲੀ ਆ ਗਈ ਜੀ। ਸਤਿਗੁਰੂ ਕਹਿੰਦੇ ਸਿੱਧਾ ਸਾਦਾ ਸਾਫ ਸੁਥਰਾ ਜੀਵਨ ਗੁਰੂ ਦੇ ਸਿੱਖ ਦਾ ਤੈਅ ਕੀਤਾ। ਸਿੱਖ ਵਾਸਤੇ ਰੋਜ਼ ਹੀ ਤਿਉਹਾਰ ਆ, ਸਿੱਖ ਦੀ ਤੇ ਰੋਜ਼ ਦੀ ਸੈਲੀਬ੍ਰੇਸ਼ਨ ਆ।
ਸਿੱਖ ਤੇ ਰੋਜ਼ ਜਦੋਂ ਸਤਿਗੁਰ ਦੀ ਪਾਵਨ ਬਾਣੀ ਨਾਲ ਜੁੜ ਜਾਂਦਾ ਨਾ, ਜਦੋਂ ਸਿੱਖ ਦੇ ਜੀਵਨ ਵਿੱਚ ਗੁਰਮਤਿ ਦਾ ਪ੍ਰਗਾਸ ਹੋ ਜਾਂਦਾ ਹੈ, ਸਿੱਖ ਦੀ ਮੱਤ ਉਜਵਲ ਹੋ ਜਾਂਦੀ ਹੈ, ਤੇ ਰੋਜ਼ ਹੀ ਸੈਲੀਬ੍ਰੇਸ਼ਨ ਆ। ਸੈਲੀਬ੍ਰੇਸ਼ਨ ਦਾ ਮਤਲਬ ਕੀ ਹੈ? ਖੁਸ਼ੀ ਮਨਾਉਣੀ, ਖੇੜਾ ਕਰਨਾ, ਆਨੰਦ ਕਰਨਾ। ਤੇ ਜਦੋਂ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ, ਸਿੱਖ ਖੇੜੇ ਵਿੱਚ ਆ, ਆਨੰਦ ਵਿੱਚ ਆ, ਖੁਸ਼ੀ ਵਿੱਚ ਆ, ਸੈਲੀਬ੍ਰੇਟ ਕਰਦਾ ਹੈ ਆਪਣੀ ਇਸ ਲਾਈਫ ਨੂੰ ਡੇਲੀ, ਉਹ ਰੋਜ਼ਾਨਾ, ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਕੱਲ ਕਿੰਨੇ ਵੇਖਿਆ। ਅੱਜ ਨੂੰ ਸੱਚ ਵਿੱਚ ਜੀਵੀਏ, ਅੱਜ ਨੂੰ ਹਕੀਕਤ ਵਿੱਚ ਜੀਵੀਏ, ਆਨੰਦ ਵਿੱਚ ਜੀਵੀਏ, ਤੇ ਉਹ ਸਿਰਫ ਤੇ ਸਿਰਫ ਵਾਹਿਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਹੀ ਜੀਵਿਆ ਜਾ ਸਕਦਾ ਹੈ। ਸੋ ਮੈਂ ਗੱਲ ਇਸ ਕਰਕੇ ਬੇਨਤੀ ਕੀਤੀ ਹੈ ਕਿ ਸਤਿਗੁਰ ਦੀ ਮੱਤ ਨਾਲ ਜੁੜੀਏ, ਗੁਰਬਾਣੀ ਨੂੰ ਜੁੜੀਏ। ਆਓ ਅੱਜ ਦੇ ਪਾਵਨ ਰਹਾਉ ਦੇ ਬੰਦ ਦੀ ਵਿਚਾਰ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਬਜੈਕਟ ਜਿਹੜਾ ਹੈ ਰਹਾਉ ਦੇ ਬੰਦ ਵਿੱਚ ਹੈ। ਸਭ ਕਹਿੰਦੇ ਮੇਰੇ ਮਨ ਹਰ ਹਰ ਨਾਮ ਧਿਆਏ। ਨਾਮ ਇੱਥੇ ਮੰਮੇ ਦੇ ਥੱਲੇ ਔਂਕੜ ਪਾਇਆ ਹੈ, ਭਾਵ ਇੱਕੋ ਇੱਕ ਪਰਮਾਤਮਾ ਦਾ ਨਾਮ। ਜਿੱਥੇ ਇੱਕ ਵਚਨ ਦੀ ਗੱਲ ਹੋਵੇਗੀ ਨਾ, ਸਿੰਗੂਲਰ ਦੀ, ਫਸਟ ਪਰਸਨ ਦੀ, ਉਹ ਕੇਵਲ ਤਾਂ ਕੇਵਲ ਰਿਜ਼ਰਵ ਆ ਪਰਮਾਤਮਾ ਦੇ ਵਾਸਤੇ। ਇਸੇ ਕਰਕੇ ਸਤਿਗੁਰੂ ਜੀ ਨੇ ਇਸ ਸਿਧਾਂਤ ਨੂੰ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ। ਜਿੱਥੇ ਵੀ ਪਰਮਾਤਮਾ ਨੂੰ ਰਿਪਰੈਜ਼ੈਂਟ ਕਰਨਾ ਹੈ, ਉੱਥੇ ਸਤਿਗੁਰੂ ਜੀ ਨੇ ਇੱਕ ਗੱਲ ਸਮਝਾਉਣ ਵਾਸਤੇ, ਏਕੇ ਦੀ ਬਾਤ ਸਮਝਾਉਣ ਵਾਸਤੇ ਔਂਕੜ ਦੇ ਨਾਲ ਗੱਲ ਸਮਝਾਈ ਹੈ ਕਿ ਭਾਈ ਇੱਥੇ ਇੱਕ ਪਰਮਾਤਮਾ ਦੀ ਗੱਲ ਚੱਲ ਰਹੀ ਹੈ, ਇੱਕ ਗੁਰੂ ਦੀ ਗੱਲ ਚੱਲ ਰਹੀ ਹੈ, ਤਾਂ ਕਿ ਸਾਡੇ ਜ਼ਿਹਨ ਵਿੱਚ ਇਹ ਗੱਲ ਸਮਝ ਆ ਜਾਵੇ ਕਿ ਇੱਥੇ ਕਿਸੇ ਹੋਰ ਬਹੁਵਚਨ ਦੀ ਬਾਤ ਨਹੀਂ ਹੈ। ਜਿੱਥੇ ਇੱਕ ਦੀ ਗੱਲ ਹੈ, ਉਹ ਇੱਕ ਕੇਵਲ ਪਰਮਾਤਮਾ ਵਾਸਤੇ ਹੈ। ਤੋ ਸਭ ਕਹਿੰਦੇ ਹੇ ਮੇਰੇ ਮਨ ਹਰ ਹਰ ਨਾਮ ਧਿਆਏ। ਸਦਾ ਪਰਮਾਤਮਾ ਨੂੰ ਹੀ ਚੇਤੇ ਰੱਖਿਆ ਕਰ, ਸਦਾ ਉਹਨੂੰ ਹੀ ਆਪਣੇ ਜੀਵਨ ਵਿੱਚ ਵਸਾਇਆ ਕਰ, ਸਦਾ ਉਹਦਾ ਹੀ ਹੁਕਮ ਮੰਨ, ਹੋਰ ਕਿਸੇ ਦਾ ਨਹੀਂ। ਸਿੱਖ ਹੋਰ ਕਿਸੇ ਦਾ ਹੁਕਮ ਨਹੀਂ ਮੰਨਦਾ, ਸਿਰਫ ਤੇ ਸਿਰਫ ਹੁਕਮ ਪਰਮਾਤਮਾ ਦਾ ਮੰਨਦਾ ਹੈ, ਕਿਉਂਕਿ ਗੁਲਾਮ ਆ ਇਹ ਪਰਮਾਤਮਾ ਦਾ, ਇਹ ਗੋਲਾ ਹੈ ਅਕਾਲ ਪੁਰਖ ਦਾ। ਕਿਉਂਕਿ ਅਕਾਲ ਪੁਰਖ ਦਾ ਸਿਪਾਹੀ ਹੈ ਤੇ ਅਕਾਲ ਪੁਰਖ ਦੀ ਫੌਜ ਵਿੱਚ ਸ਼ਾਮਲ ਹੈ, ਤੇ ਅਕਾਲ ਪੁਰਖ ਦਾ ਇਹ ਕੇਵਲ ਤਾਂ ਕੇਵਲ ਗੋਲਾ ਅਕਾਲ ਪੁਰਖ ਦਾ ਹੈ। ਤੋ ਸਾਹਿਬ ਕਹਿੰਦੇ ਆਪਣੇ ਮਨ ਨੂੰ ਇਹ ਸਮਝਾ, ਇਹ ਮਨ ਜਣੇ ਖਣੇ ਦੀਆਂ ਗੁਲਾਮੀਆਂ ਕਰਨੀਆਂ ਛੱਡ ਕੇ, ਜਣੇ ਖਣੇ ਦੇ ਪੈਰਾਂ ਵਿੱਚ ਡਿੱਗਣ ਦੀ ਬਜਾਏ, ਆ ਜਣੇ ਖਣੇ ਪੱਥਰਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ ਬਜਾਏ ਕੇਵਲ ਇੱਕ ਅਕਾਲ ਪੁਰਖ ਦਾ ਚਿੰਤਨ ਕਰੇ, ਕੇਵਲ ਇੱਕ ਅਕਾਲ ਪੁਰਖ ਦਾ ਹੁਕਮ ਹੀ ਆਪਣੇ ਜੀਵਨ ਵਿੱਚ ਫਾਲੋ ਕਰੇ। ਨਾਮ ਸਹਾਈ ਸਦਾ ਸੰਗ ਆਗੇ ਲਏ ਛਡਾਏ। ਧਿਆਨ ਦੇਣਾ ਇਹਨਾਂ ਪੰਕਤੀਆਂ ਤੇ। ਇੱਥੇ ਜਿਹੜਾ ਸ਼ਬਦ ਆ ਰਿਹਾ ਹੈ ਨਾਮ ਸਹਾਈ ਸਦਾ ਸੰਗ, ਸਹਾਈ ਦਾ ਅਰਥ ਆ ਸਹਾਇਤਾ ਕਰਨ ਵਾਲਾ, ਜਿਹੜਾ ਤੁਹਾਡੇ ਨਾਲ ਖੜਦਾ ਹੈ, ਹਰ ਵਕਤ ਤੁਹਾਡੇ ਅੰਗ ਸੰਗ ਰਹਿੰਦਾ। ਸਭ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਹੁਕਮ ਆ ਨਾ, ਜਿਹੜਾ ਉਹਦਾ ਨਾਮ ਆ, ਉਹ ਸਦਾ ਤੇਰੇ ਨਾਲ ਆ। ਉਹਨੇ ਤੈਨੂੰ ਨਾਮ ਆਪਣਾ ਦਿੱਤਾ ਹੈ, ਉਹ ਤੇਰੇ ਤੋਂ ਦੂਰ ਨਹੀਂ ਹੈ, ਸਦਾ ਤੇਰੀ ਸਹਾਇਤਾ ਵਿੱਚ ਆ, ਸਦਾ ਤੇਰਾ ਮਦਦਗਾਰ ਆ, ਸਦਾ ਤੇਰੇ ਅੰਗ ਸੰਗ ਆ। ਆਗੇ ਲੈ ਛੜਾਏ। ਹੁਣ ਆਗੇ ਲੈ ਛੜਾਏ ਦੇ ਅਰਥ ਆਮ ਕਰਕੇ ਸਾਡੇ ਜ਼ਿਹਨ 'ਚ ਹੀ ਆਉਂਦੇ ਨੇ ਕਿ ਪਰਲੋਕ ਦੇ ਵਿੱਚ, ਪਰਲੋਕ ਦੀ ਬਾਤ ਮਾਫ ਕਰਨਾ, ਪਰਲੋਕ ਕੱਲ ਵੇਖਾਂਗੇ ਕੀ ਹੋਊਗਾ, ਅੱਜ ਨੂੰ ਤੇ ਗੱਲ ਕਰੀਏ ਨਾ ਪਹਿਲਾਂ। ਸਤਿਗੁਰੂ ਗੁਰਦੇਵ ਜੀ ਪ੍ਰੈਜ਼ੈਂਟ ਨੂੰ ਸਵਾਰਨ ਦੀ ਬਾਤ ਕਰਦੇ ਨੇ, ਕਹਿੰਦੇ ਫਿਊਚਰ ਆਪਣੇ ਆਪ ਸਵਰ ਜਾਵੇਗਾ। ਹੁਣ ਧਿਆਨ ਦੇਣਾ, ਜਿੱਥੇ ਵੀ ਸਤਿਗੁਰੂ ਜੀ ਅੱਗੇ ਦੀ ਗੱਲ ਕਰਨਗੇ ਪਹਿਲਾਂ ਅੱਜ ਦੀ ਗੱਲ ਕਰਨਗੇ। ਅੱਜ ਦੀ ਗੱਲ ਦਾ ਅਰਥ ਆ ਨਾਮ ਸਹਾਈ ਸਦਾ ਸੰਗ। ਅੱਜ ਤੇਰੇ ਨਾਲ ਸਦਾ ਪ੍ਰਮਾਤਮਾ ਦਾ ਹੁਕਮ, ਸਦਾ ਪ੍ਰਮਾਤਮਾ ਦਾ ਗਿਆਨ, ਸਦਾ ਪ੍ਰਮਾਤਮਾ ਦੀ ਜਿਹੜੀ ਸਹਾਇਤਾ ਹੈ ਉਹ ਸਦਾ ਤੇਰੇ ਨਾਲ ਹੈ। ਤੂੰ ਇਕੱਲਾ ਨਹੀਂ ਹੈ, ਤੂੰ ਆਪਣੇ ਆਪ ਨੂੰ ਇਕੱਲਾ ਨਾ ਸਮਝ, ਉਹ ਸਦਾ ਤੇਰੀ ਸਹਾਇਤਾ ਵਿੱਚ ਤੇਰੇ ਨਾਲ ਖਲੋਤਾ ਹੈ। ਪਰ ਉਦਮ ਤੈਨੂੰ ਕਰਨਾ ਪਏਗਾ, ਆਪਣੇ ਜੀਵਨ ਵਿੱਚ ਸੱਚ ਨੂੰ ਸਮਝਣ ਵਾਸਤੇ ਤੈਨੂੰ ਉਪਰਾਲਾ ਕਰਨਾ ਪਏਗਾ। ਉਹ ਸਦਾ ਤੇਰਾ ਸਹਾਈ ਹੈ, ਸਦਾ ਤੇਰੇ ਅੰਗ ਸੰਗ ਹੈ। ਆਗੇ ਅੱਜ ਜੇ ਮੈਂ ਵਧੀਆ ਕਰਾਂਗਾ, ਆਗੇ ਆਉਣ ਵਾਲਾ ਸਮਾਂ, ਫਿਊਚਰ। ਅੱਜ ਮੇਰਾ ਵਧੀਆ ਹੈ, ਅੱਜ ਮੈਂ ਵਧੀਆ ਕਰ ਰਿਹਾ। ਸਾਡੇ ਆਮ ਕਰਕੇ ਅਸੀਂ ਜੋਤਸ਼ੀਆਂ ਨੂੰ ਹੱਥ ਵਿਖਾਉਂਦੇ, ਅੱਗੇ ਮੇਰੇ ਨਾਲ ਕੀ ਹੋਊਗਾ ਜੀ, ਜਾਂ ਪਿੱਛੇ ਕੀ ਹੋਊਗਾ। ਸਤਿਗੁਰੂ ਕਹਿੰਦੇ ਅੱਜ ਨੂੰ ਸਵਾਰ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ।
ਅੱਜ ਦੀ ਗੱਲ ਆ, ਪ੍ਰੈਜ਼ੈਂਟ ਦੀ ਗੱਲ ਆ। ਇੱਥੇ ਪ੍ਰਲੋਕ ਪ੍ਰਲਾਕ ਦੀ ਗੱਲ, ਬ੍ਰਾਹਮਣੀ ਅਨੁਮਤੀ, ਆ ਕਰਮ ਕਾਂਡਾਂ ਦੀ ਗੱਲ ਅਸੀਂ ਨਹੀਂ ਮੰਨਦੇ। ਜਿਹੜੇ ਮੰਨਦੇ ਨੇ, ਜਿਨ੍ਹਾਂ ਨੇ ਠੇਕਾ ਲਿਆ, ਮੰਨੀ ਜਾਣ, ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਿੱਖਾਂ ਦੀਆਂ ਪੱਗਾਂ ਬੰਨ੍ਹ ਕੇ ਵੀ ਬਾਹਮਣੀ ਸੋਚ ਵਿੱਚ ਬੈਠੇ ਲੋਕ ਮੰਨੀ ਜਾਂਦੇ ਨੇ, ਮੰਨੀ ਜਾਣ। ਸਾਡਾ ਸਿਧਾਂਤ ਜਿਹੜਾ ਸਤਿਗੁਰੂ ਦਾ ਹੈ ਉਹ ਲੋਕ ਸੁਹੇਲਾ ਕਰਨ ਦਾ ਹੈ। ਜੇ ਅੱਜ ਅਸੀਂ ਸੁਹੇਲੇ ਹਾਂ, ਕੱਲ੍ਹ ਦਾ ਜਿਹੜਾ ਪਰਲੋਕ ਜਿਹੜਾ ਮਿਥਿਆ ਹੋਇਆ ਵੇਖੀ ਜਾਊਗੀ ਉੱਥੇ ਕੀ ਹੁੰਦਾ ਹੈ। ਸਤਿਗੁਰੂ ਕਹਿੰਦੇ ਅੱਜ ਜਿਹੜਾ ਕਰਮ ਕਰ ਰਹੇ ਹੈ ਉਹ ਇਹ ਸੋਚ ਕੇ ਕਰ ਕਿ ਪ੍ਰਮਾਤਮਾ ਤੇਰੇ ਅੰਗ ਸੰਗ ਹੈ, ਪ੍ਰਮਾਤਮਾ ਤੇਰੇ ਸਹਾਈ ਹੈ, ਤੇਰੇ ਨਾਲ ਹੈ, ਆਗੇ ਲੈ ਛੜਾਏ। ਜੇ ਅੱਜ ਤੇਰੀ ਚੰਗੀ ਕਿਰਤ ਆ, ਅੱਜ ਤੇਰੇ ਚੰਗੇ ਕਰਮ ਆ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਇਹਨਾਂ ਵਿਕਾਰਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ। ਉਹ ਪ੍ਰਮਾਤਮਾ ਸੱਚ ਦੇ ਰਾਹ ਤੇ ਚਲਾ ਕੇ ਤੈਨੂੰ ਇਹਨਾਂ ਦੁਸ਼ਕਰਮਾਂ ਤੋਂ, ਦੁਰਮਤ ਤੋਂ ਤੇਰਾ ਛੁਟਕਾਰਾ ਕਰ ਦੇਵੇਗਾ। ਛਡਾਏ ਦਾ ਅਰਥ ਹੈ ਛੁਟਕਾਰਾ ਕਰ ਦੇਣਾ, ਵਿਕਾਰਾਂ ਤੋਂ ਤੈਨੂੰ ਮੁਕਤ ਕਰ ਦੇਵੇਗਾ ਤੇ ਤੇਰਾ ਜੀਵਨ ਨਿਰਮਲ ਤੇ ਪਵਿੱਤਰ ਹੋ ਜਾਵੇਗਾ। ਰਹਾਉ, ਇਹ ਰਹਾਉ ਦਾ ਬੰਦ ਆ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਤਿਗੁਰੂ ਗੁਰਦੇਵ ਜੀ ਕਿਰਪਾ ਕਰ ਰਹੇ ਨੇ ਪਹਿਲੇ ਬੰਦ ਦੇ ਵਿੱਚ, ਜਿਹੜਾ ਸ਼੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਸਾਹਿਬ ਜੀ ਕਹਿ ਰਹੇ ਨੇ, ਇੱਕ ਗੱਲ ਚੇਤੇ ਰੱਖ, ਹਮੇਸ਼ਾ ਹੀ ਪ੍ਰਮਾਤਮਾ ਦੇ ਹੁਕਮ ਨੂੰ ਫੋਲੋ ਕਰ। ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਦੇ ਹੁਕਮ ਨੂੰ ਫੋਲੋ ਕਰਦੇ ਹਾਂ, ਜਦੋਂ ਉਹਦੀ ਰਜ਼ਾ ਦੇ ਵਿੱਚ ਚੱਲਦੇ ਹਾਂ, ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਸਾਹਿਬ ਕਹਿੰਦੇ, ਸ਼੍ਰੀ ਰਾਗ ਮਹੱਲਾ ਪੰਜਵਾਂ, ਨਾਮ ਧਿਆਏ ਸੋ ਸੁਖੀ, ਤਿਸ ਮੁਖ ਉਜਲ ਹੋਏ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਰਹਾਉ ਦੇ ਬੰਦ ਦਾ ਜਿਹੜੀ ਰਹਾਉ ਦੇ ਬੰਦ ਦੇ ਜਿਹੜਾ ਸਬਜੈਕਟ ਆ ਉਹ ਇਹ ਹੈ ਕਿ ਮੇਰੇ ਮਨ ਪ੍ਰਮਾਤਮਾ ਨੂੰ ਸਦਾ ਹਾਜ਼ਰ ਨਾਜ਼ਰ ਸਮਝਿਆ ਕਰ। ਉਹ ਸਦਾ ਤੇਰੇ ਅੰਗ ਸੰਗ ਤੇਰੀ ਸਹਾਇਤਾ ਵਿੱਚ ਆ। ਜੇ ਤੂੰ ਅੱਜ ਆਪਣੇ ਕਰਮ ਦਾ ਅਰਥ ਆ ਕੰਮ, ਜਿਹੜੇ ਅਸੀਂ ਕੰਮ ਕਰ ਰਹੇ ਹਾਂ, ਜੋ ਬੀਜ ਰਹੇ ਹਾਂ, ਜੇ ਅਸੀਂ ਅੱਜ ਸੱਚ ਦੀ ਜ਼ਿੰਦਗੀ ਜਿਉ ਰਹੇ ਹਾਂ, ਕੱਲ੍ਹ ਆਪਣੇ ਆਪ ਵਧੀਆ। ਜੇ ਅੱਜ ਝੂਠ ਦੇ ਨਕਾਬ ਓੜੇ ਨੇ, ਝੂਠ ਦੇ ਮਖੌਟੇ ਓੜੇ ਨੇ, ਬੇਈਮਾਨੀ ਕਰ ਰਹੇ ਹਾਂ, ਧੋਖਾ ਕਰ ਰਹੇ ਹਾਂ, ਫਰੇਬ ਕਰ ਰਹੇ ਹਾਂ, ਮੈਲਾ ਜੀਵਨ ਜਿਉ ਰਹੇ ਹਾਂ, ਗਦਾਰੀ ਦਾ ਜੀਵਨ ਜਿਉ ਰਹੇ ਹਾਂ, ਤੇ ਕੱਲ੍ਹ ਆਪਣੇ ਆਪ ਹੀ ਸਾਡਾ ਮਾੜਾ ਹੈ। ਸੋ ਅੱਜ ਦੀ ਗੱਲ ਹੈ। ਤੋ ਸਤਿਗੁਰੂ ਕਹਿੰਦੇ ਜਿਹੜੇ ਅੱਜ ਵਿੱਚ ਤੁਰਦੇ ਨੇ, ਜਿਹੜੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਸਨਮੁਖ ਕਰ ਦਿੰਦੇ ਨੇ, ਉਹ ਸੁਪਰਨੈਚੁਰਲ ਪਾਵਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਹਦੇ ਹੁਕਮ ਦੀ ਅਧੀਨਗੀ ਕਰਦੇ ਨੇ, ਉਹਦੇ ਗੁਲਾਮ ਬਣਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਕੇਵਲ ਉਹਦੀ ਉਸਤਤ ਕਰਦੇ ਨੇ, ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ? ਨਾਮ ਧਿਆਏ ਸੋ ਸੁਖੀ। ਕਹਿੰਦੇ ਉਹਨਾਂ ਦੇ ਜੀਵਨ ਵਿੱਚ ਆਤਮਿਕ ਸੁੱਖ ਆ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਸੰਸਾਰੀ ਲੋਕਾਂ ਦੀ ਫਿਰ ਪਰਵਾਹ ਨਹੀਂ ਰਹਿੰਦੀ। ਮਨੁੱਖ ਬਹੁਤਾਤ ਦੁੱਖ ਦੇ ਕਾਰਨ ਇਹਦੇ ਇਹ ਹੀ ਨੇ ਕਿ ਲੋਕੀ ਕੀ ਕਹਿਣਗੇ। ਇਹਦੀ ਜ਼ਿਆਦਾਤਰ ਜ਼ਿੰਦਗੀ ਲੋਕਾਂ ਨੂੰ ਵਿਖਾਉਣ ਵਾਸਤੇ ਚੱਲਦੀ ਹੈ, ਆਪਣੇ ਆਪ ਵਾਸਤੇ ਨਹੀਂ। ਪਰ ਲੋਕਾਂ ਨੂੰ ਮੈਂ ਵਿਖਾਉਣਾ ਹੈ ਕਿ ਮੈਂ ਕੁਝ ਹਾਂ। ਆਮ ਕਰਕੇ ਆਪਾਂ ਇਹ ਗੱਲ ਕਹਿੰਦੇ ਆ, ਮੈਂ ਆਪਣੇ ਸ਼ਰੀਕੇ ਭਾਈਚਾਰੇ ਨੂੰ ਇਹ ਦੱਸਣਾ ਵਾ ਕਿ ਭਾਈ ਮੇਰੀ ਕੋਈ ਹੋਂਦ ਆ। ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਹੀ ਸਾਰੀ ਜ਼ਿੰਦਗੀ ਜੀਵੀ ਜਾਂਦੇ ਆ, ਆਪਣੇ ਵਾਸਤੇ ਇੱਕ ਦਿਨ ਵੀ ਨਹੀਂ ਜੀਵਿਆ, ਆਪਣੇ ਅੰਦਰ ਦੇ ਵਾਸਤੇ ਇੱਕ ਦਿਨ ਵੀ ਨਹੀਂ ਜੀਵਿਆ। ਤੋ ਸਤਿਗੁਰੂ ਕਹਿੰਦੇ ਮੈਂ ਤੈਨੂੰ ਅੱਜ ਵਿੱਚ ਜਿਉਣਾ ਚਾਹੁੰਦਾ। ਮੈਂ ਚਾਹੁੰਦਾ ਤੂੰ ਅੱਜ ਨੂੰ ਜੀਵੇਂ, ਅੱਜ ਨੂੰ ਸੈਲੀਬ੍ਰੇਟ ਕਰੇ, ਅੱਜ ਦੇ ਦਿਨ ਨੂੰ ਆਨੰਦ ਤੇ ਖੇੜੇ ਵਿੱਚ ਰਵੇਂ। ਉਹ ਤਾਂ ਰਵੇਗਾ ਨਾਮ ਤੇ ਆਏ ਜੇ ਤੂੰ ਕੇਵਲ ਆਪਣੇ ਜੀਵਨ ਦਾ ਆਸਰਾ, ਆਪਣੇ ਜੀਵਨ ਦਾ ਸਹਾਰਾ, ਆਪਣੇ ਜੀਵਨ ਦਾ ਮਾਲਕ ਇੱਕ ਅਕਾਲ ਪੁਰਖ ਨੂੰ ਮੰਨੇਗਾ। ਫਿਰ ਕੀ ਹੋਵੇਗਾ? ਸੋ ਸੁਖੀ, ਤੂੰ ਸਦਾ ਵਾਸਤੇ ਆਤਮਿਕ ਤੌਰ ਤੇ ਸੁਖੀ ਹੋ ਜਾਵੇਂਗਾ। ਤਿਸ ਮੁਖ ਉਜਲ ਹੋਏ। ਤੇ ਗੁਰੂ ਦੀ ਮੱਤ ਤੇ ਚੱਲਣ ਵਾਲਾ, ਗੁਰੂ ਦਾ ਸਿੱਖ, ਉਹਦਾ ਮੁਖ ਸਦਾ ਉਜਵਲ ਹੋ ਜਾਂਦਾ ਹੈ। ਭਾਵ ਉਜਵਲ ਦਾ ਅਰਥ ਕਿਵੇਂ? ਮੁਖ ਦੇ ਉੱਪਰੋਂ ਵਿਕਾਰਾਂ ਦੀਆਂ ਚੋਟਾਂ ਨਹੀਂ ਫਿਰ ਪੈਂਦੀਆਂ, ਮੱਥੇ ਤੇ ਤਿਉੜੀਆਂ ਨਹੀਂ ਰਹਿੰਦੀਆਂ। ਤੁਸੀਂ ਆਮ ਕਰਕੇ ਕਦੀ ਖਿਆਲ ਕਰਨਾ, ਮਨੁੱਖ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਦੇ ਵਿਚਾਰ ਕਿਹੋ ਜਿਹੇ ਇਸ ਟਾਈਮ ਚੱਲ ਰਹੇ ਨੇ। ਜੇ ਮਨੁੱਖ ਦੇ ਚਿਹਰੇ ਦੇ ਹਾਵ ਭਾਵ ਬੜੇ ਕ੍ਰੋਧੀ ਨੇ, ਬੜੇ ਗੁੱਸੇ ਵਾਲੇ ਨੇ, ਮਾਥੇ ਤ੍ਰਿਕੁਟੀ, ਦ੍ਰਿਸ਼ਟ ਕਰੂਰ, ਤੇ ਸਤਿਗੁਰੂ ਕਹਿੰਦੇ ਚੇਤਾ ਰੱਖੀ ਉਹ ਬੋਲੇਗਾ ਵੀ ਕੌੜਾ। ਬੋਲੇ ਕੌੜਾ ਜੇਬਾ ਕੀ ਫੂਲ। ਮੱਥੇ ਤੇ ਤਿਉੜੀਆਂ ਪਈਆਂ ਹੋਣ, ਦ੍ਰਿਸ਼ਟ ਕਰੂਰ ਹੋਵੇ,
मत समझियो कि ਇਹਦੇ ਮੂੰਹ ਦੇ ਵਿੱਚੋਂ ਹੁਣ ਮਿੱਠੀ ਭਾਸ਼ਾ ਨਿਕਲੇਗੀ। ਅੰਦਰੋਂ ਕੀ ਨਿਕਲੇਗਾ? ਬੋਲੇ ਕੌੜਾ ਜੇਬਾ ਕੀ ਫੂੜ। ਅੰਦਰੋਂ ਕੌੜੇ ਬੋਲ ਨਿਕਲਣਗੇ, ਕਿਉਂਕਿ ਅੰਦਰ ਕੜਵਾਹਟ ਭਰੀ ਪਈ ਹੈ, ਅੰਦਰ ਨਫ਼ਰਤ ਭਰੀ ਪਈ ਹੈ ਜੋ ਚਿਹਰੇ ਤੋਂ ਝਲਕ ਰਹੀ ਹੈ। ਐਸੇ ਮਨੁੱਖ ਦੀ ਨੈਗੇਟਿਵਿਟੀ ਸਾਰੇ ਘਰ ਦੇ ਵਿੱਚ ਨੈਗੇਟਿਵਿਟੀ ਫੈਲਾ ਦੇਵੇਗੀ। ਨਾ ਚਾਹ ਕੇ ਵੀ ਘਰ ਦਾ ਮਾਹੌਲ ਕਲੇਸ਼ ਵਰਗਾ ਬਣ ਜਾਵੇਗਾ, ਨਾ ਚਾਹ ਕੇ ਵੀ ਘਰ ਦਾ ਮਾਹੌਲ ਲੜਾਈ ਵਾਲੇ ਬੰਨੇ ਵਧੇਗਾ। ਬਸ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਇੱਕ ਦੂਸਰੇ ਦੇ ਪ੍ਰਤੀ ਨੁਕਤਾਚੀਨੀ ਚਾਲੂ ਹੋ ਜਾਵੇਗੀ। ਬਾਪ ਪੁੱਤ ਤੇ ਪੁੱਤਰ ਬਾਪ ਦੇ ਨਾਲ ਖਹਿਬੜ ਪਵੇਗਾ। ਗੱਲ ਕੀ ਘਰ ਦਾ ਬੜਾ ਵਧੀਆ ਮਾਹੌਲ ਐ ਨਰਕ ਦੇ ਵਿੱਚ ਤਬਦੀਲ ਹੋ ਜਾਵੇਗਾ। ਹੁਣ ਅੱਜ ਦੇ ਨਰਕ ਦੇ ਵਿੱਚ ਕੌਣ ਜਿਉ ਰਿਹਾ ਹੈ? ਜਿਹੜਾ ਪ੍ਰਮਾਤਮਾ ਤੋਂ ਦੂਰ ਹੈ। ਕਿਉਂਕਿ ਜਦੋਂ ਗੁਰੂ ਸ਼ਬਦ ਗੁਰਬਾਣੀ ਦੇ ਪ੍ਰਗਾਸ਼ ਤੋਂ, ਗੁਰੂ ਦੀ ਮੱਤ ਤੋਂ ਜੀਵਨ ਦੂਰ ਹੋਵੇਗਾ, ਜ਼ਾਹਿਰਾ ਤੌਰ ਤੇ ਅੰਦਰ ਬੇਈਮਾਨੀ ਦੇ ਫੁਰਨੇ ਹੋਣਗੇ। ਮੈਂ ਕਈ ਵਾਰੀ ਸੋਚਦਾ, ਕਦੀ ਆਪਣੇ ਆਪ ਦੇ ਵਿੱਚ ਨਾ ਥੋੜਾ ਜਿਹਾ ਇਸ ਗੱਲ ਨੂੰ ਐਨਾਲਿਸਿਸ ਕਰਕੇ ਵੇਖਿਓ, ਇਸ ਗੱਲ ਨੂੰ ਥੋੜਾ ਜਿਹਾ ਕਿਤੇ ਆਪਣੇ ਆਪ ਉੱਤੇ ਜ਼ੋਰ ਦੇ ਕੇ ਵੇਖਿਓ। ਸਾਡੀ ਜ਼ਿਹਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਵਿਚਾਰ ਜਨਮ ਲੈਂਦੇ ਨੇ, ਬੜੇ ਵਿਚਾਰ ਆਉਂਦੇ ਨੇ। ਕਈ ਵਿਚਾਰ ਐਸੇ ਨੇ ਕਿ ਮੈਂ ਪੇਸ਼ ਵੀ ਨਹੀਂ ਕਰ ਸਕਦਾ, ਸਾਡੀ ਸ਼ਬਦਾਵਲੀ ਵੀ ਨਹੀਂ ਬਣਦੀ ਕਿ ਕਈ ਵਾਰੀ ਆਪਣੇ ਆਪ ਉੱਤੇ ਇੰਨੀ ਸ਼ਰਮ ਆਉਂਦੀ ਹੈ ਕਿ ਵੀ ਇਹ ਵਿਚਾਰ ਸਾਡੇ ਅੰਦਰ ਵੀ ਜਨਮ ਲੈ ਸਕਦੇ ਨੇ। ਕਿਉਂਕਿ ਖਿਆਲਾਤਾਂ ਦਾ ਇੱਕ ਸੋਮਾ ਹੈ, ਖਿਆਲ ਉਜਾਗਰ ਹੋ ਹੀ ਜਾਣੇ ਨੇ, ਵਿਚਾਰ ਪੈਦਾ ਹੋ ਹੀ ਜਾਣੇ ਨੇ। ਕਿਸੇ ਨੂੰ ਵੇਖ ਕੇ, ਕਿਸੇ ਤੋਂ ਪ੍ਰਭਾਵਿਤ ਹੋ ਕੇ, ਕਿਸੇ ਦੇ ਰਾਹੀਂ ਇਹ ਵਿਚਾਰਾਂ ਦੇ ਤਾਬ ਬਣਦਾ ਰਹਿਣਾ। ਵਿਚਾਰ ਸਾਡੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੌਲਾ ਪਾਉਂਦੇ ਰਹਿੰਦੇ ਨੇ। ਹੁਣ ਮੱਤ ਦਾ ਇਹ ਕੰਮ ਆ, ਮੱਤ ਸਾਨੂੰ ਇਹ ਦੱਸਦੀ ਹੈ ਕਿਹੜੇ ਵਿਚਾਰ ਤੂੰ ਪ੍ਰਗਟ ਕਰਨੇ ਨੇ। ਧਿਆਨ ਦੇਣਾ ਇਸ ਗੱਲ ਤੇ। ਸਾਡੇ ਅੰਦਰ ਵਿਚਾਰਾਂ ਦਾ ਰੌਲਾ ਸ਼ੋਰ ਪਿਆ ਰਹਿੰਦਾ ਹੈ ਹਰ ਵਕਤ, ਪਰ ਜਿਹੜੀ ਸਾਡੀ ਮੱਤ ਆ ਨਾ, ਇਹ ਡਿਸਾਈਡ ਕਰਦੀ ਹੈ। ਜੇ ਤੇ ਸਾਡੀ ਮੱਤ ਦੇ ਉੱਪਰ ਇਹ ਅਹਿਸਾਸ ਹੈ ਕਿ ਮੈਂ ਸਮਝਦਾਰ ਹਾਂ, ਮੈਂ ਗੁਰਮੁਖ ਹਾਂ, ਮੈਂ ਰੋਜ਼ ਗੁਰਬਾਣੀ ਪੜ੍ਹਦਾ, ਮੈਂ ਸਤਿਗੁਰ ਦੀ ਬਾਣੀ ਦੀ ਵਿਚਾਰ ਕਰਦਾ, ਰੋਜ਼ ਮੇਰੇ ਸਤਿਗੁਰ ਦੀ ਬਾਣੀ ਨੂੰ ਮੈਂ ਲੋਕਾਂ ਤੱਕ ਸੁਣਾਉਣਾ, ਸੰਗਤ ਨੂੰ ਪਹੁੰਚਾਉਣਾ, ਇਹ ਮੱਤ ਹੁਣ ਕਵੇਗੀ ਭਾਈ ਇਹ ਤੇਰੇ ਮੂੰਹ ਚੋਂ ਬੋਲ ਨਿਕਲਦੇ ਚੰਗੇ ਨਹੀਂ ਲੱਗਣਗੇ। ਇਹ ਵਿਚਾਰ ਤੇ ਪੈਦਾ ਹੋ ਰਹੇ ਨੇ, ਖਿਆਲ ਪੈਦਾ ਹੋ ਰਹੇ ਨੇ, ਪਰ ਮੱਤ ਉੱਤੇ ਜੇ ਗੁਰਮਤ ਦਾ ਅੰਕੁਸ਼ ਹੈ, ਮੱਤ ਉੱਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕੁਸ਼ ਹੈ, ਮੱਤ ਉੱਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਸਰ ਹੈ, ਤੇ ਇਹ ਮੱਤ ਬਾਰ-ਬਾਰ ਇਸ ਮਨ ਨੂੰ ਕਹੂਗੀ ਨਾ, ਇਹ ਤੇਰਾ ਫਰਜ਼ ਨਹੀਂ ਅੱਖਾਂ ਤੋਂ ਮੈਲ ਵੇਖਣਾ, ਇਹ ਤੇਰੇ ਮੂੰਹ ਚੋਂ ਬੋਲੀ ਬੋਲਦੇ ਚੰਗੀ ਨਹੀਂ ਲੱਗਣਗੇ। ਲੋਕੀ ਕਹਿਣਗੇ ਇਹ ਗੁਰੂ ਦਾ ਸਿੱਖ ਹੋ ਕੇ ਕੌੜਾ ਬੋਲ ਰਿਹਾ। ਹੁਣ ਮੱਤ ਗੁਰਮਤ ਹੈ, ਉਹਨੇ ਮਨ ਦੇ ਉੱਤੇ ਅੰਕੁਸ਼ ਲਾਇਆ ਹੈ, ਤੇ ਬੁਰੇ ਵਿਚਾਰ ਜਿਹੜੇ ਹਿਰਦੇ 'ਚ ਪੈਦਾ ਹੋ ਰਹੇ ਸੀ ਨਾ, ਉਹਨਾਂ ਨੂੰ ਤਬਦੀਲ ਉਸੇ ਵੇਲੇ ਰੋਕ ਲਾ ਦਿੱਤੀ ਹੈ, ਉਸੇ ਵੇਲੇ ਬੰਦ ਲਾ ਦਿੱਤੀ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕ ਸ਼ਬਦ ਕਿਹਾ, ਬੰਦ ਪਾਇਆ ਮੇਰੇ ਸਤਿਗੁਰੂ ਪੂਰੈ ਹੋਈ ਸਰਬ ਕਲਿਆਣ। ਹੁਣ ਬੰਦ ਦਾ ਅਰਥ ਆ ਬੰਨ ਲਾ ਦਿੱਤਾ ਹੈ। ਸਤਿਗੁਰੂ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਸਤਿਗੁਰੂ ਨੇ ਬੰਨ ਲਾ ਦਿੱਤਾ। ਜਦੋਂ ਮੈਂ ਸਤਿਗੁਰੂ ਦੀ ਮੱਤ ਤੇ ਤੁਰਿਆ, ਜਦੋਂ ਗੁਰਬਾਣੀ ਨੂੰ ਸਮਝਣ ਲੱਗਾ, ਹੁਣ ਗੁਰੂ ਜੀ ਦੀ ਬਾਣੀ ਨੇ ਕੀ ਕੀਤਾ, ਜਿਹੜੇ ਮੇਰੇ ਵਿਚਾਰ ਜਿਹੜੇ ਫੁਰਦੇ ਸਨ, ਹੁਣ ਜੇ ਮੇਰੀ ਮੱਤ ਉੱਤੇ ਗੁਰਮਤ ਦਾ ਅਸਰ ਨਹੀਂ ਹੈ, ਮੇਰੇ ਬੋਲਣ ਨੇ ਨਹੀਂ ਵੇਖਣਾ ਕਿ ਮੇਰਾ ਬਾਪ ਹੈ, ਮੇਰੀ ਮਾਂ ਹੈ, ਜਾਂ ਮੇਰੀ ਭੈਣ ਲਾਗੇ ਬੈਠੀ ਹੈ, ਮੇਰੀ ਗੰਦੀ ਭਾਸ਼ਾ ਮੂੰਹ ਚੋਂ ਨਿਕਲ ਗਈ। ਆਮ ਕਰਕੇ ਐਸੇ ਮਨੁੱਖਾਂ ਬਾਰੇ ਤੁਸੀਂ ਸੁਣਿਆ ਹੋਣਾ ਵੀ ਇਹ ਨਾ ਬਹੁਤਾ ਹੀ ਮੂਰਖ ਆ, ਪਤਾ ਹੀ ਨਹੀਂ ਲੱਗਦਾ ਕੀ ਬੋਲ ਜਾਂਦਾ ਹੈ, ਐਡਾ ਗੰਦਾ ਬੋਲਦਾ ਹੈ। ਕਿਉਂਕਿ ਉਹਦੀ ਮੱਤ ਦਾ ਉਹਦੇ ਉੱਪਰ ਕੰਟਰੋਲ ਨਹੀਂ ਹੈ। ਗੁਰਬਾਣੀ ਗੁਰੂ ਮੱਤ ਰਾਹੀਂ, ਗੁਰੂ ਸ਼ਬਦ ਰਾਹੀਂ ਸਾਨੂੰ ਕੰਟਰੋਲ ਕਰਦੀ ਹੈ, ਸਾਡੀ ਇੱਕ ਬੰਦਸ਼ ਬਣਾਉਂਦੀ ਹੈ, ਬੰਨ ਲਾਉਂਦੀ ਹੈ ਸਾਡੇ ਅੰਦਰ, ਤਾਂ ਕਿ ਸਾਡੇ ਅੰਦਰੋਂ ਵਿਕਾਰਾਂ ਦੀ ਜਿਹੜੀ ਬੋਲੀ ਆ ਨਾ, ਜਿਹੜੀ ਸਾਡੀ ਕੌੜੀ ਭਾਸ਼ਾ ਵਾ ਨਾ, ਉਹ ਨਾ ਬਣ ਸਕੇ। ਹੁਣ ਜਦੋਂ ਸੱਚ ਦਾ ਪ੍ਰਗਾਸ਼ ਹਿਰਦੇ 'ਚ ਹੋਣ ਲੱਗਦਾ, ਗੁਰੂ ਦੀ ਮੱਤ ਜਦੋਂ ਮਨ ਨੂੰ ਸਮਝਾਉਣ ਲੱਗਦੀ ਹੈ, ਤਾਂ ਸਾਹਿਬ ਕਹਿੰਦੇ ਤਿਸ ਮੁਖ ਉਜਲ ਹੋਏ। ਫਿਰ ਮੁਖ ਦੇ ਉੱਪਰ ਤਿਉੜੀਆਂ ਨਜ਼ਰ ਨਹੀਂ ਆਉਂਦੀਆਂ, ਸ਼ਾਂਤੀ ਹੈ। ਜਿਵੇਂ ਸਾਗਰ ਦੇ ਵਿੱਚ ਅੰਦਰ ਜਾਓ, ਇੱਕ ਸਹਿਜ ਆ ਨਾ, ਇੱਕ ਬਿਲਕੁਲ ਸਾਇਲੈਂਸ ਆ, ਇਵੇਂ ਤੁਹਾਡੇ ਅੰਦਰ ਫਿਰ ਜਦੋਂ ਵਿਚਾਰ ਸਾਇਲੈਂਟ ਹੋ ਜਾਂਦੇ ਨੇ, ਤੁਹਾਡੇ ਅੰਦਰ ਜਦੋਂ ਭਾਵਨਾਵਾਂ ਦਾ ਵੇਗ ਰੁਕ ਜਾਂਦਾ ਹੈ, ਐਨ ਅੰਦਰ ਆਨੰਦ, ਜਿਹਨੂੰ ਕਹਿੰਦੇ ਬੈਲੈਂਸ,
ਪੂਰਾ ਖੇੜਾ ਬਣ ਜਾਂਦਾ ਹੈ, ਫਿਰ ਚਿਹਰਾ ਵੀ ਸ਼ਾਂਤ ਹੋ ਜਾਂਦਾ ਹੈ। ਫਿਰ ਲੋਕੀ ਚਿਹਰੇ ਨੂੰ ਵੇਖ ਕੇ ਕਹਿੰਦੇ ਨੇ, ਭਾਈ ਤੈਨੂੰ ਗੁੱਸਾ ਨਹੀਂ ਆਉਂਦਾ, ਤੂੰ ਬੜਾ ਸ਼ਾਂਤ ਰਹਿੰਦਾ ਹੈ। ਸ਼ਾਂਤ ਚਿਹਰਾ ਪੋਜ਼ਿਟਿਵ ਰਿਐਕਟ ਕਰਦਾ ਹੈ, ਅਤੇ ਜਿਹਦੇ ਅੰਦਰੋਂ ਪੋਜ਼ਿਟਿਵ ਦੀਆਂ ਵੇਵਸ ਰਿਐਕਟ ਹੁੰਦੀਆਂ ਨੇ, ਉਹਦੇ ਘਰ ਦੇ ਵਿੱਚ ਵੀ ਪੋਜ਼ਿਟਿਵ ਦੀਆਂ ਕਿਰਨਾਂ ਰਹਿਣਗੀਆਂ, ਉਹਦੇ ਘਰ ਵਿੱਚ ਸਵਰਗ ਬਣਿਆ ਰਹੇਗਾ। ਹਰ ਫੈਸਲੇ ਨੂੰ ਬੜੇ ਤਰੀਕੇ ਨਾਲ ਸੁਝਾਉਣ ਦੀ क्षमता ਰਹੇਗੀ। ਇੱਕ ਗੱਲ ਜਿੱਦਣ ਗੁਰੂ ਜੀ ਨੇੜੇ ਆ ਜਾਣ, ਗੁਰੂ ਬਾਣੀ ਨੇੜੇ ਆ ਜਾਵੇ, ਗੁਰੂ ਮੱਤ ਵਿੱਚ ਜੀਵਨ ਤਬਦੀਲ ਹੋ ਜਾਵੇ, ਤੇ ਕਿੰਨਾ ਬਦਲਾਵ ਹੁੰਦਾ ਹੈ। ਸਭ ਕਹਿੰਦੇ ਤਿਸ ਮੁਖ ਉਜਲ ਹੋਏ, ਉਹਦਾ ਮੁਖ ਉਜਵਲ ਹੋ ਜਾਂਦਾ ਹੈ, ਉਹਦਾ ਮੁਖ ਸੋਹਣਾ ਹੋ ਜਾਂਦਾ ਹੈ, ਉਹ ਨਿਰਮਲ ਤੇ ਰੌਸ਼ਨ ਚਿਹਰੇ ਵਾਲਾ ਬਣ ਜਾਂਦਾ ਹੈ, ਕਿਉਂਕਿ ਉਹਦੀ ਫੇਸ ਇੰਪ੍ਰੈਸ਼ਨ ਦੇ ਵਿੱਚ ਸ਼ਾਂਤੀ ਹੁੰਦੀ ਹੈ। ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ। ਪਰ ਸਭ ਕਹਿੰਦੇ ਇਹ ਸ਼ਾਂਤੀ ਪਤਾ ਕਦੋਂ ਮਿਲਣੀ ਹੈ, ਇਹ ਮੁਖ ਉਜਵਲ ਪਤਾ ਕਦੋਂ ਹੋਣਾ ਹੈ, ਇਹ ਮਨੁੱਖ ਦੇ ਚਿਹਰੇ ਉੱਤੇ ਪਵਿੱਤਰਤਾ ਪਤਾ ਕਦੋਂ ਬਣਨੀ ਹੈ। ਸਭ ਕਹਿੰਦੇ ਪੂਰੇ ਗੁਰ ਤੇ ਪਾਈਏ। ਗੁਰ ਸ਼ਬਦ ਹੈ ਇੱਥੇ। ਗੁਰਬਾਣੀ ਦੇ ਵਿੱਚ ਦੋ ਸ਼ਬਦ ਆਉਂਦੇ ਨੇ ਗੁਰੂ ਦੇ ਪ੍ਰਤੀ, ਗੁਰੂ ਤੇ ਗੁਰ। ਗੁਰੂ ਦਾ ਅਰਥ ਆ ਗੁਰੂ ਦੇ ਰਾਹੀਂ। ਜਿੱਥੇ ਰਾਰੇ ਨੂੰ ਦਲੈਂਕੜੇ ਹੋਣਗੇ ਨਾ ਗੁਰੂ, ਉੱਥੇ ਹੋਵੇਗਾ ਗੁਰੂ। ਗੁਰੂ ਵਾਸਤੇ ਸੰਬੋਧਨ ਆਇਆ ਹੈ, ਸ਼ਬਦ ਗੁਰੂ ਵਾਸਤੇ ਸੰਬੋਧਨ ਆਇਆ ਹੈ। ਜਿੱਥੇ ਗੁਰ ਸ਼ਬਦ ਆ, ਗੁਰ ਦਾ ਅਰਥ ਹੈ ਟੈਕਨੀਕ, ਸਕਿੱਲ, ਜੁਗਤੀ ਜਿਹਨੂੰ ਆਪਾਂ ਕਹਿੰਦੇ। ਰਾਰਾ ਗੁਰ ਆਪਾਂ ਆਮ ਕਰਕੇ ਕਹਿੰਦੇ ਹਾਂ, ਤੂੰ ਕਿਹਦੇ ਕੋਲੋਂ ਇਹ ਟੈਕਨੀਕ ਸਿੱਖੀ, ਕਿਹਦੇ ਕੋਲੋਂ ਇਹ ਗੁਰ ਲਿਆ। ਹੁਣ ਸਭ ਕਹਿੰਦੇ ਪੂਰੇ ਗੁਰ ਤੇ ਪਾਈਏ। ਪੂਰੇ ਸਤਿਗੁਰੂ ਦੇ ਕੋਲੋਂ ਇਹ ਸਕਿੱਲ ਮਿਲੀ, ਇਹ ਜੁਗਤੀ ਮਿਲੀ, ਇਹ ਗਿਆਨ ਮਿਲਿਆ, ਇਹ ਗਿਆਨ ਪਾਇਆ ਕਿ ਪ੍ਰਗਟ ਸਭਨੀ ਲੋਏ, ਕਿ ਸਾਰੇ ਜਗ੍ਹਾ ਦੇ ਵਿੱਚ ਪਰਿਪੂਰਨ ਪਰਮਾਤਮਾ ਹਾਜ਼ਰ ਨਾਜ਼ਰ ਹੈ। ਇਹ ਜੁਗਤੀ, ਇਹ ਟੈਕਨੀਕ, ਇਹ ਗਿਆਨ, ਇਹ ਸਕਿੱਲ ਮੇਰੇ ਸਤਿਗੁਰ ਨੇ ਮੈਨੂੰ ਸਮਝਾਈ, ਮੇਰੇ ਗੁਰੂ ਜੀ ਨੇ ਮੈਨੂੰ ਦੱਸਿਆ, ਤੇ ਮੇਰੇ ਸਤਿਗੁਰ ਦੇ ਰਾਹੀਂ ਜਿਹੜੀ ਪਕੜ ਮੇਰੇ ਜੀਵਨ 'ਚ ਆਈ, ਹਾਜ਼ਰ ਨਾਜ਼ਰ ਆ ਪਰਮਾਤਮਾ। ਘੱਟ ਘੱਟ ਮੈਂ ਹਰ ਜੂ ਬਸੇ, ਰੋਮ ਰੋਮ ਵਿੱਚ ਪਰਮਾਤਮਾ ਦਾ ਵਸ ਹੈ। ਕੋਈ ਐਸੀ ਜਗ੍ਹਾ ਹੀ ਨਹੀਂ ਜਿੱਥੇ ਰੱਬ ਨਾ ਹੋਵੇ। ਹੁਣ ਇਹ ਖਿਆਲ ਮੇਰੇ ਜੀਵਨ ਦੇ ਵਿੱਚ ਪੱਕਾ ਕਰ ਦਿੱਤਾ ਮੇਰੇ ਗੁਰੂ ਨੇ। ਸਾਧ ਸੰਗਤ ਕੈ ਘਰ ਵਸੈ, ਇੱਕੋ ਸੱਚਾ ਸੋਏ। ਸਾਧ ਸੰਗਤ, ਸਾਧ ਸ਼ਬਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ। ਸਾਧ ਦਾ ਅਰਥ ਹੈ ਸਾਧੇ ਹੋਇਆ, ਜਿਹਦਾ ਇੱਕ ਇੱਕ ਬਚਨ, ਇੱਕ ਇੱਕ ਉਪਦੇਸ਼, ਇੱਕ ਇੱਕ ਮੁਖ ਚੋਂ ਨਿਕਲਿਆ ਸ਼ਬਦ ਬਿਲਕੁਲ ਆਪ ਪ੍ਰੈਕਟੀਕਲ ਆਪਣੇ ਜੀਵਨ ਦੇ ਵਿੱਚ ਹੰਢਾਇਆ ਹੋਇਆ ਹੈ, ਉਹਨੂੰ ਕਹਿੰਦੇ ਸਾਧ। ਸਾਡੇ ਵਾਸਤੇ ਸਾਧ ਕੋਈ ਮਨੁੱਖ ਨਹੀਂ। ਅਸੀਂ ਸਾਧ ਕਿਸੇ ਭੰਗਵੇਂ ਕੱਪੜਿਆਂ ਵਾਲਿਆਂ ਨੂੰ ਨਹੀਂ ਮੰਨਦੇ, ਅਸੀਂ ਸਾਧ ਕਿਸੇ ਚਿੱਟੇ ਕੱਪੜਿਆਂ ਵਾਲਿਆਂ ਨੂੰ ਨਹੀਂ ਮੰਨਦੇ, ਅਸੀਂ ਸਾਧ ਕਿਸੇ ਦੇਹਧਾਰੀ ਨੂੰ ਨਹੀਂ ਮੰਨਦੇ। ਸਾਧ ਦਾ ਅਰਥ ਆ ਸਾਡਾ ਸ਼ਬਦ ਗੁਰੂ, ਜਿਹਦਾ ਇੱਕ ਇੱਕ ਬਚਨ ਸਾਧਿਆ ਹੋਇਆ ਹੈ। ਉਹ ਸਾਧ, ਉਹਦੀ ਸੰਗਤ। ਸੰਗਤ ਕਿਹਦੀ ਹੈ? ਗੁਰੂ ਸ਼ਬਦ ਦੀ। ਮੇਰਾ ਜਦੋਂ ਮਨ ਕਰਦਾ ਹੈ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਹਿਨਾ, ਸੱਤੀ ਪੈਰੀ ਸੱਤ ਭਲਾ, ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਐ, ਕੂੜੇ ਕੱਟੇ ਰਾਸ। ਹੁਣ ਗੁਰੂ ਜੀ ਦੇ ਕੋਲ ਬਹਿ ਕੇ ਮੈਂ ਆਪਣੇ ਅੰਦਰ ਦਾ ਸਰਵੇ ਕਰਦਾ ਵਾਂ ਕਿ ਮੈਂ ਕੀ ਹਾਂ, ਤੇ ਸਤਿਗੁਰੂ ਜੀ ਮੇਰੇ ਅੰਦਰ ਦੀ ਸਾਰੀ ਕਹਾਣੀ ਕੱਢ ਕੇ ਸਾਹਮਣੇ ਰੱਖ ਦਿੰਦੇ ਨੇ, ਤੂੰ ਕੀ ਹੈ। ਤੋ ਸਾਧ ਸੰਗਤ ਕੇ ਘਰ ਵਸੈ, ਸਤਿਗੁਰੂ ਕੀ ਸੰਗਤ ਕੀਤਿਆਂ ਕਹਿ। ਸਤਿਗੁਰੂ ਦੀ ਸੰਗਤ ਕੀਤਿਆਂ, ਇੱਥੇ ਕੱਕੇ ਦੇ ਉੱਪਰ ਦਲਾਈਆਂ ਨੇ, ਕਹਿ। ਸਾਧ ਸੰਗਤ ਦੇ ਘਰ ਵਿੱਚ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤ ਦੇ ਘਰ ਵਿੱਚ ਵਸਦਾ ਹੈ। ਸਾਧ ਸੰਗਤ ਕਹਿ, ਸਾਧ ਸੰਗਤ ਸਤਿਗੁਰੂ ਕੀ ਸੰਗਤ ਦੇ ਬਖਸ਼ੀ ਹੋਈ ਗੁਰੂ ਬਾਣੀ, ਗੁਰੂ ਗਿਆਨ ਦੀ ਸੰਗਤ ਦੇ ਘਰ ਦੇ ਵਿੱਚ, ਰਾਰੇ ਨੂੰ ਸਿਹਾਰੀ ਹੈ, ਘਰ ਦੇ ਵਿੱਚ ਵਸੈ, ਵਸਦਾ ਹੈ। ਕੌਣ? ਇੱਕੋ ਸੱਚਾ ਸੋਏ। ਇੱਕੋ ਇੱਕ ਉਹ ਅਕਾਲ ਪੁਰਖ ਵਾਹਿਗੁਰੂ, ਇੱਕੋ ਇੱਕ ਉਹ ਪਰਮਾਤਮਾ ਜੋ ਸਦਾ ਥਿਰ ਰਹਿਣ ਵਾਲਾ ਹੈ, ਉਹ ਸੱਚਾ ਹੈ। ਮੇਰੇ ਮਨ ਹਰ ਹਰ ਨਾਮ ਧਿਆਏ। ਫਿਰ ਹੇ ਮੇਰੇ ਮਨ, ਸਦਾ ਵਾਸਤੇ ਐਸੇ ਸੋਹਣੇ ਪ੍ਰੀਤਮ ਪਰਮਾਤਮਾ ਵਾਹਿਗੁਰੂ ਰੱਬ ਨੂੰ ਯਾਦ ਕਰਿਆ ਕਰ, ਉਹਦਾ ਹੀ ਸ਼ੁਕਰ ਕਰਿਆ ਕਰ, ਉਹਦੀ ਹੀ ਸਿਫਤ ਸਲਾਹ ਕਰਿਆ ਕਰ। ਕਿਉਂ? ਨਾਮ ਸਹਾਈ ਸਦਾ ਸੰਗ,
ਜਿੱਥੇ ਕੋਈ ਤੇਰਾ ਸਹਾਈ ਨਹੀਂ ਹੋਵੇਗਾ, ਜਿੱਥੇ ਕੋਈ ਤੇਰਾ ਸਾਥੀ ਨਹੀਂ ਬਣੇਗਾ, ਉੱਥੇ ਪ੍ਰਮਾਤਮਾ ਦਾ ਹੁਕਮ, ਪ੍ਰਮਾਤਮਾ ਦੇ ਗੁਣ, ਪ੍ਰਮਾਤਮਾ ਦਾ ਨਾਮ ਤੇਰਾ ਸਹਾਈ ਬਣੇਗਾ, ਸਦਾ ਤੇਰੇ ਅੰਗ ਸੰਗ ਰਵੇਗਾ, ਆਗੇ ਲੈ ਛਡਾਏ। ਤੇ ਹਮੇਸ਼ਾ ਆਉਣ ਵਾਲਿਆਂ ਵਿਕਾਰਾਂ, ਬੰਦਸ਼ਾਂ, ਦੁਸ਼ਟਾਂ ਤੋਂ ਤੈਨੂੰ ਛੁਟਕਾਰਾ ਦਿਵਾਵੇਗਾ। ਕਦੀ ਵੀ ਇਹ ਵਿਕਾਰ ਫਿਰ ਤੈਨੂੰ ਪੋਹ ਨਹੀਂ ਸਕਣਗੇ, ਤੇਰੇ ਜੀਵਨ ਦੇ ਵਿੱਚ ਤਰਥੱਲੀ ਨਹੀਂ ਮਚਾ ਸਕਣਗੇ, ਤੇਰੇ ਅੰਦਰ ਵਿਗਾੜ ਨਹੀਂ ਪੈਦਾ ਕਰ ਸਕਣਗੇ। ਆਉਣ ਵਾਲੇ ਸਮੇਂ ਵਿੱਚ ਹਰ ਵਕਤ ਤੈਨੂੰ, ਜੇ ਅੱਜ ਤੂੰ ਪਰਮਾਤਮਾ ਦੀ ਬਾਂਹ ਫੜ ਕੇ, ਗੁਰੂ ਜੀ ਦੀ ਮੱਤ ਨੂੰ ਲੈ ਕੇ ਚੰਗੇ ਕੰਮ ਕਰਨੇ ਪ੍ਰਾਰੰਭ ਕਰ ਦੇਵੇਂਗਾ ਨਾ, ਸਭ ਕਹਿੰਦੇ ਆਉਣ ਵਾਲਾ ਸਮਾਂ ਤੇਰਾ ਉਜਵਲ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਰਹਾਉ, ਇਹ ਰਹਾਉ ਦਾ ਬੰਦ ਆ। ਸਭ ਅਗਲੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ, ਦੁਨੀਆ ਕੀਆਂ ਵਡਿਆਈਆਂ ਕਵਨੈ ਆਵੈ ਕਾਮ। ਮਨੁੱਖ ਦੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਜ਼ਿਆਦੀ ਐਨਰਜੀ ਇਹਦੇ ਉੱਪਰ ਹੀ ਲੱਗੀ ਹੈ ਕਿ ਮੈਂ ਦੁਨੀਆ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕਰਾਂ, ਦੁਨੀਆ ਨੂੰ ਵੱਧ ਤੋਂ ਵੱਧ ਮੈਂ ਦੱਸਾਂ ਵੀ ਮੈਂ ਬਹੁਤ ਸਿਆਣਾ, ਬੜਾ ਸਮਝਦਾਰ ਹਾਂ, ਮੇਰੇ ਵਰਗਾ ਕੋਈ ਗਿਆਨਵਾਨ ਨਹੀਂ। ਇਹ ਬਸ ਦੁਨੀਆ ਨੂੰ ਸਮਾਉਣ ਦੱਸਣ ਵਾਸਤੇ ਹੀ ਹੈ। ਗੁਰਦੁਆਰੇ ਵੀ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਲੋਕ ਹੋਣਗੇ ਜਿਹੜੇ ਆਪਣੇ ਵਾਸਤੇ ਜਾਂਦੇ ਹੋਣਗੇ। ਬਹੁਤਾਤ ਲੋਕੀ ਲੋਕਾਂ ਨੂੰ ਵਿਖਾਉਣ ਵਾਸਤੇ ਹੀ ਜਾਂਦੇ ਨੇ। ਬਾਣੀ ਦਾ ਮੁੱਖ ਤੋਂ ਪਾਠ ਕਰਕੇ ਵਿਖਾਉਣਾ ਲੋਕਾਂ ਨੂੰ ਵਿਖਾਉਣ ਵਾਸਤੇ ਹੈ, ਆਪਣੇ ਵਾਸਤੇ ਨਹੀਂ। ਕਿਉਂਕਿ ਜਿੱਦਣ ਆਪਣੇ ਵਾਸਤੇ ਬਾਣੀ ਵਿਚਾਰਨ ਤੇ ਪੜ੍ਹੀ ਜਾਵੇਗੀ ਨਾ, ਉਦੋਂ ਲੋਕਾਂ ਦੀ ਪ੍ਰਵਾਹ ਨਹੀਂ ਰਹੇਗੀ। ਅੱਜ ਤੇ ਲੋਕਾਂ ਨੂੰ ਆਪ ਰਿਪਰੈਜ਼ੈਂਟ ਕਰਕੇ ਦੱਸਿਆ ਜਾ ਰਿਹਾ, ਭਾਈ ਜੇ ਤੂੰ ਗੁਰਦੁਆਰੇ ਜਾ ਰਿਹਾ, ਜੇ ਤੂੰ ਅੰਮ੍ਰਿਤ ਵੇਲੇ ਉੱਠ ਰਿਹਾ, ਜੇ ਤੂੰ ਨਿਤਨੇਮ ਕਰ ਰਿਹਾ, ਮੇਰਾ ਉਹਦੇ ਨਾਲ ਕੀ ਲੈਣਾ ਦੇਣਾ, ਤੂੰ ਆਪਣੇ ਵਾਸਤੇ ਕਰ ਰਿਹਾ। ਪਰ ਮੈਂ ਦੱਸਣਾ ਹੈ ਲੋਕਾਂ ਨੂੰ, ਮੈਂ ਦੱਸਣਾ ਹੈ ਵੀ ਮੈਂ ਬੜਾ ਨਿਤਨੇਮੀ ਹਾਂ ਜੀ, ਇੰਨੀਆਂ ਬਾਣੀਆਂ ਮੈਨੂੰ ਜ਼ਬਾਨੀ ਕੰਠ ਨੇ, ਮੈਂ ਇੰਨੇ ਸਹਿਜ ਪਾਠ ਕਰ ਲਏ ਨੇ, ਇੰਨੀ ਵਾਰੀ ਤੇ ਮੈਂ ਅਖੰਡ ਪਾਠ ਕਰ ਲਏ ਨੇ, ਇੰਨੀ ਵਾਰੀ ਤੇ ਮੈਂ ਦਰਸ਼ਨ ਕਰ ਚੁੱਕੇ ਹਾਂ। ਤੇ ਸਤਿਗੁਰੂ ਕਹਿੰਦੇ ਇਹਦਾ ਮੈਨੂੰ ਕੀ ਲਾਭ, ਦੂਜੇ ਨੂੰ ਕੀ ਲਾਭ ਆ? ਜੇ ਮੈਂ ਕੋਈ ਬਾਣੀ ਪੜ੍ਹ ਰਿਹਾ, ਜੇ ਮੈਂ ਵਿਚਾਰ ਕਰ ਰਿਹਾ, ਜਾਂ ਮੈਂ ਅਮੀਰ ਹਾਂ, ਜੇ ਮੈਂ ਕਰੋੜਾਪਤੀ ਹਾਂ, ਇਹਦਾ ਦੂਜੇ ਨੂੰ ਕੀ ਲਾਭ ਆ? ਇਹ ਤੇ ਮੈਨੂੰ ਲਾਭ ਆ ਨਾ। ਪਰ ਮਨੁੱਖ ਦੀ ਫਿਤਰਤ ਹੈ ਲੋਕਾਂ, ਦੁਨੀਆ ਨੂੰ ਦੱਸਣਾ, ਦੁਨੀਆ ਨੂੰ ਦੱਸਣਾ। ਸਤਿਗੁਰੂ ਕਹਿੰਦੇ ਚੇਤਾ ਰੱਖੀ, ਜਿੱਦਣ ਗੁਰੂ ਦੀ ਮੱਤ ਸਮਝ ਆਉਣ ਲੱਗ ਪਈ, ਜਿੱਦਣ ਗੁਰੂ ਜੀ ਦੇ ਰਾਹ ਤੇ ਤੁਰਨ ਲੱਗ ਪਿਆ, ਉਦੋਂ ਦੁਨੀਆ ਦੀ ਚਾਕਰੀ ਛੱਡ ਦੇਵੇਂਗਾ, ਉਦੋਂ ਦੁਨੀਆ ਦੀ ਪਰਵਾਹ ਕਰਨੀ ਬੰਦ ਕਰ ਦੇਵੇਂਗਾ, ਉਦੋਂ ਬੇਪਰਵਾਹ ਹੋ ਜਾਵੇਗਾ। ਕਿਉਂਕਿ ਜੀਵਨ ਸੱਚ ਦੇ ਰਸਤੇ ਤੇ ਤੁਰੇਗਾ। ਦੁਨੀਆ ਕੀਆਂ ਵਡਿਆਈਆਂ ਕਵਨੈ ਆਵੈ ਕਾਮ। ਕਵਨੈ ਕਾਮ ਦਾ ਅਰਥ ਹੈ ਕਿਹੜੇ ਕੰਮ। ਸਭ ਕਹਿੰਦੇ ਹੇ ਮੇਰੇ ਮਨ, ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ, ਇਹ ਦੁਨੀਆ ਦੀਆਂ ਵਾਹ ਵਾਹ ਕਿਸੇ ਕੰਮ ਨਹੀਂ ਆਉਂਦੀਆਂ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬੇਨਸ ਨਿਦਾਨ। ਫਿੱਕਾ ਦਾ ਅਰਥ ਹੈ ਬੇਸਵਾਦਾ, ਹੋਛਾ। ਜਾਤੋ ਦਾ ਅਰਥ ਹੈ ਜਾਂਦਾ ਹੈ। ਨਿਦਾਨ ਦਾ ਅਰਥ ਹੈ ਉੜਕ ਨੂੰ, ਅਖੀਰ ਦੇ ਵਿੱਚ। ਸਭ ਕਹਿੰਦੇ ਜਿਹੜੇ ਇਹ ਮਾਇਆ ਦੇ ਕਾਰਨ, ਮਾਇਆ ਦੇ ਨਸ਼ੇ ਵਿੱਚ, ਮਾਇਆ ਕੇਵਲ ਧਨ ਦੌਲਤ ਨਹੀਂ ਜੇ, ਹਰ ਇੱਕ ਚੀਜ਼ ਉਹ ਮਾਇਆ ਹੈ ਜਿਹਦੇ ਨਾਲ ਪਿਆਰ ਪੈਣ ਤੇ ਪ੍ਰਮਾਤਮਾ ਭੁੱਲ ਜਾਵੇ ਤੇ ਉਹ ਚੀਜ਼ ਜੀਵਨ ਵਿੱਚ ਪ੍ਰਬਲ ਹੋ ਜਾਵੇ। ਮਨੁੱਖ ਦੀ ਸਾਰੀ ਜ਼ਿੰਦਗੀ, ਸਾਰੀ ਐਨਰਜੀ ਪਦਾਰਥ ਨੂੰ ਕਮਾਉਣ ਵਿੱਚ ਜੇ ਲੱਗੀ ਹੈ ਤੇ ਖਿਮਾ ਕਰਨਾ, ਇਹ ਮਾਇਆ ਦੇ ਵਿੱਚ ਆ, ਪਦਾਰਥ ਦਾ ਪੁਜਾਰੀ ਹੈ, ਪਦਾਰਥ ਦੇ ਵਿੱਚ ਖੁੱਭਿਆ ਪਿਆ, ਨਿਰੰਕਾਰ ਨੂੰ ਭੁੱਲ ਚੁੱਕਿਆ। ਤੋ ਸਭ ਕਹਿੰਦੇ ਜਿਹੜੇ ਇਹ ਮਾਇਆ ਦੇ ਰੰਗ ਦੇ ਵਿੱਚ ਰੰਗ ਕੇ ਤੂੰ ਜੀਵਨ ਜਿਉ ਰਿਹਾ ਨਾ, ਇਹ ਚੇਤਾ ਰੱਖੀ ਸਭ ਫਿੱਕਾ, ਇਹ ਹੋਛਾ ਹੈ, ਬੇਸਵਾਦਾ ਹੈ, ਇਹ ਫਿੱਕਾ ਰੰਗ ਆ, ਕਦੇ ਵੀ ਉਤਰ ਜਾਣਾ ਹੈ। ਜਾਤੋ ਬਿਨਸ ਨਿਦਾਨ, ਕਿਉਂਕਿ ਇਹ ਰੰਗ ਆਖਰ ਦੇ ਵਿੱਚ ਨਾਸ਼ ਹੋ ਜਾਣਾ ਹੈ। ਇਹ ਸਦੀਵੀ ਨਹੀਂ ਹੈ, ਸਦੀਵੀ ਰਹਿਣ ਵਾਲਾ ਨਹੀਂ ਹੈ। ਜਾਂ ਕੈ ਹਿਰਦੈ ਹਰ ਵਸੈ, ਜਾਂ ਕੈ ਜਿਸ ਦੇ ਹਿਰਦੈ ਘਰ ਦੇ ਵਿੱਚ ਹਰ ਵਸੈ, ਪਰਮਾਤਮਾ ਵਸ ਜਾਂਦਾ ਹੈ, ਸੋ ਪੂਰਾ ਪ੍ਰਦਾਨ। ਉਹ ਮਨੁੱਖ ਮੰਨਿਆ ਪਰਮੰਨਿਆ ਜਾਣੋ, ਉਹ ਮਨੁੱਖ ਜਾਣੋ ਕਿ ਉਸ ਦੀ ਵਡਿਆਈ, ਉਸ ਮਨੁੱਖ ਦੀ ਸਿਫਤ ਸਲਾਹ ਸੱਚ ਦੀ ਹੈ, ਜਿਹਦੇ ਅੰਦਰ ਸੱਚ ਵਸ ਗਿਆ ਹੈ। ਇਹ ਦੂਸਰਾ ਬੰਦ ਸੀ। ਅੱਗੇ ਤੀਸਰਾ ਬੰਦ ਹੈ। ਸਾਧੂ ਕੀ ਹੋ ਰੇਣੂਕਾ
ਆਪਣਾ ਆਪ ਤਿਆਗ। ਹੁਣ ਇਹਦੇ ਵਿੱਚ ਸ਼ਬਦ ਜਿਹੜਾ ਹੈ ਨਾ, ਜੇ ਇਹਨੂੰ ਓਪਰੇ ਅੱਖਰਾਂ ਨਾਲ ਉੱਪਰੋਂ ਵੇਖਾਂਗੇ ਤੇ ਇੰਜ ਲੱਗਦਾ ਹੈ ਕਿ ਕਿਸੇ ਸਾਧੂ ਦੇ ਜਾ ਕੇ ਪੈਰੀਂ ਪੈ ਉਹਦੇ ਪੈਰਾਂ ਦੀ ਧੂੜ ਬਣ ਜਾ। ਇਸੇ ਹੀ ਪੰਕਤੀਆਂ ਦਾ ਆਸਰਾ ਲੈ ਲੈ ਕੇ ਇਹਨਾਂ ਪਖੰਡੀਆਂ ਡੇਰੇਦਾਰਾਂ ਨੇ ਆਪਣੇ ਡੇਰੇ ਚਲਾਏ ਨੇ, ਕਿਉਂਕਿ ਇਹਦੀ ਗਹਿਰਾਈ 'ਚ ਅਗਲੀ ਪੰਕਤੀ ਨਹੀਂ ਪੜ੍ਹੀ, ਅਗਲੀ ਪੰਕਤੀ ਨਹੀਂ ਜਾਣੀ। ਇੱਕ ਪੰਕਤੀ ਚੁੱਕ ਲਈ, ਕਹਿ ਦਿੱਤਾ ਦੇਖੋ ਜੀ ਗੁਰਬਾਣੀ 'ਚ ਲਿਖਿਆ ਸਾਧੂ ਹੀ ਇਸ ਗੱਲ ਦਾ ਵੀਜ਼ਾ ਦੇ ਸਕਦਾ ਹੈ ਪ੍ਰਮਾਤਮਾ ਦੇ ਘਰ ਦਾ। ਸਤਿਗੁਰੂ ਕਹਿੰਦੇ ਮੈਨੂੰ ਕੋਈ ਬ੍ਰੋਕਰ ਰੱਖਣ ਦੀ ਲੋੜ ਨਹੀਂ, ਪ੍ਰਮਾਤਮਾ ਨੂੰ ਕੋਈ ਏਜੰਟ ਰੱਖਣ ਦੀ ਲੋੜ ਨਹੀਂ ਕਿ ਭਾਈ ਇਹਨਾਂ ਦੇ ਥਰੂ ਹੋਵੇਗਾ ਸਭ ਕੁਝ ਨਾ। ਪ੍ਰਮਾਤਮਾ ਆਪ ਮੁਕੰਮਲ ਹੈ, ਉਹ ਪੂਰਨ ਆ। ਸਿੱਖ ਦਾ ਗਿਆਨ, ਸਿੱਖ ਦਾ ਗੁਰੂ ਮੁਕੰਮਲ ਆ। ਸਿੱਖ ਦਾ ਗੁਰੂ ਦੇਹ ਨਹੀਂ ਹੈ, ਸਿੱਖ ਦਾ ਗੁਰੂ ਸ਼ਬਦ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਿੱਖ ਦਾ ਗੁਰੂ ਗੁਰਬਾਣੀ ਹੈ, ਪਖੰਡੀ ਦੇਹਧਾਰੀ ਹੋ ਹੀ ਨਹੀਂ ਸਕਦਾ। ਨਾ ਇਹਨਾਂ ਦੇ ਪਿੱਛੇ ਸਿੱਖ ਨੂੰ ਪੈਣ ਦੀ ਲੋੜ ਹੈ। ਹੁਣ ਪੰਕਤੀ ਦੇ ਅਰਥ ਕੀ ਨੇ ਫਿਰ? ਅਗਲੀ ਪੰਕਤੀ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਸਾਧੂ ਕੀ ਹੋ ਰੇਣੂਕਾ ਆਪਣਾ ਆਪ ਤਿਆਗ। ਹੋ ਆਪਣਾ ਆਪ ਤਿਆਗ, ਉਪਾਵ ਸਿਆਣਪ ਸਗਲ ਛੱਡ, ਗੁਰ ਕੀ ਚਰਣੀ ਲਾਗ। ਹੁਣ ਗੁਰ ਕੀ ਚਰਨੀ, ਸਾਧੂ ਕੀ ਹੋ ਰੇਣੂਕਾ। ਹੁਣ ਇਹ ਦੋ ਸ਼ਬਦ ਨੇ, ਸਾਧੂ ਕੀ ਹੋ ਰੇਣਕਾ, ਗੁਰੂ ਕੀ ਚਰਣੀ। ਇਹਦਾ ਮਤਲਬ ਕਿ ਇਹ ਦੋਵੇਂ ਸ਼ਬਦ ਗੁਰੂ ਵਾਸਤੇ ਰਿਜ਼ਰਵ ਨੇ। ਸਤਿਗੁਰ ਨੇ ਸ਼ਬਦ ਦੀ ਚਾਲ ਨੂੰ ਸਮਝਦਿਆਂ ਇੱਥੇ ਸ਼ਬਦ ਸਾਧੂ ਜਿਹੜਾ ਵਰਤਿਆ ਉਹ ਵੀ ਗੁਰੂ ਵਾਸਤੇ ਵਰਤਿਆ, ਸ਼ਬਦ ਗੁਰੂ ਵਾਸਤੇ ਵਰਤਿਆ। ਸਾਹਿਬ ਕਹਿੰਦੇ ਸਾਧੂ ਕੀ ਹੋ ਰੇਣੂਕਾ, ਸਾਧੂ ਦੇ ਚਰਨਾਂ ਦੀ ਧੂੜ ਬਣ। ਕਿਵੇਂ ਬਣ? ਹੁਣ ਗੁਰੂ ਜੀ ਦੇ ਚਰਨ ਕਿਹੜੇ ਨੇ? ਬਾਰ-ਬਾਰ ਮੈਂ ਬੇਨਤੀ ਕਰਦਾ, ਕੋਈ ਦੇਹਧਾਰੀ ਗੁਰੂ ਦੀ ਗੱਲ ਨਹੀਂ ਚੱਲ ਰਹੀ। ਸਾਡੇ ਗੁਰੂ ਦੇ ਚਰਨ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ। ਸਾਡੇ ਗੁਰੂ ਦੇ ਚਰਨ ਗੁਰੂ ਸ਼ਬਦ ਆ, ਉਹਦੀ ਧੂੜ ਬਣ। ਭਾਵ ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਲੀਨ ਕਰਦੇ, ਆਪਣੇ ਆਪ ਨੂੰ ਟਿਕਾ ਲਾ। ਕਿਵੇਂ? ਆਪਣਾ ਆਪ ਤਿਆਗ, ਆਪਣੇ ਵਿੱਚੋਂ ਅਹੰਗ ਮਾਰਦੇ, ਆਪਣੇ ਵਿੱਚੋਂ ਹਉਮੈ ਮਾਰਦੇ, ਆਪਣੀ ਹੋਣ ਦਾ ਅਹਿਸਾਸ ਖਤਮ ਕਰਕੇ ਆਪਣੇ ਆਪ ਨੂੰ ਸਮਰਪਣ ਕਰਦੇ ਪ੍ਰਮਾਤਮਾ ਦੇ ਵਿੱਚ। ਨਿਰੰਕਾਰ ਵਿੱਚ ਅਭੇਦ ਹੋ ਜਾ, ਗੁਰੂ ਜੀ ਦੇ ਗਿਆਨ ਵਿੱਚ ਆਪਣੇ ਆਪ ਨੂੰ ਸਮਰਪਣ ਕਰਦੇ। ਸਾਧੂ ਕੀ ਹੋ ਰੇਣੂਕਾ, ਸਤਿਗੁਰੂ ਸਾਹਿਬ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸ਼ਬਦ ਰੂਪੀ ਗਿਆਨ ਦੀ ਧੂੜੀ ਬਣ, ਉਹਨੂੰ ਆਪਣੇ ਜੀਵਨ ਵਿੱਚ ਵਸਾ ਤੇ ਆਪਣੇ ਵਿੱਚੋਂ ਆਪਣਾ ਅਹੰਗ, ਆਪਣਾ ਲਾਲਚ, ਆਪਣਾ ਅਹੰਕਾਰ ਤਿਆਗ ਦੇ। ਅਗਲੀਆਂ ਪੰਕਤੀਆਂ, ਉਪਾਵ ਸਿਆਣਪ ਸਗਲ ਛੱਡ। ਹੁਣ ਜਿਵੇਂ ਸਨਾਤਨ ਮੱਤ ਦੇ ਵਿੱਚ ਅਨੇਕਾਂ ਉਪਾਵ ਦੇਖੇ ਜਾਂਦੇ ਨਾ, ਦੇਖੇ ਜਾਂਦੇ ਵੀ ਅੱਜ ਨਾ ਮੇਰੇ ਬੱਚੇ ਦੇ ਨਾ ਜੀਵਨ 'ਚ ਬੜੇ ਸੰਕਟ ਨੇ, ਪੰਡਤ ਜੀ ਕੋਈ ਉਪਾਵ ਦੱਸੋ। ਤੇ ਪੰਡਤ ਜੀ ਉਪਾਵ ਦੱਸ ਦਿੰਦੇ, ਭਾਈ ਆ ਫਲਾਨੀ ਜਗ੍ਹਾ ਜਾ ਕੇ ਹਵਨ ਕਰਾਈ, ਨਰੀਏਲ ਕਰਾਈ, ਇੰਨੇ ਪੈਸੇ ਪੰਡਤ ਜੀ ਨੂੰ ਚੜਾਈ। ਤੇ ਪੰਡਤ ਜੀ ਨੂੰ ਪੁੱਛ ਕੇ ਵੇਖ ਲਓ ਕਿ ਉਹਨਾਂ ਦਾ ਘਰ ਸੁਖੀ ਹੈ, ਕਿ ਉਹਨਾਂ ਦਾ ਬੱਚਾ ਨਹੀਂ ਸੰਕਟ ਵਿੱਚ, ਉਹ ਨਹੀਂ ਉਪਾਵ ਕਰ ਸਕਦੇ। ਆ ਐਸਾ ਤਾਮ ਝਾਮ ਧਰਮ ਦਾ ਠੇਕੇਦਾਰਾਂ ਨੇ ਪਖੰਡ ਦਾ ਚਲਾਇਆ ਨਾ, ਇਹ ਸਾਡੇ ਘਰ 'ਚ ਵੀ ਆ ਗਿਆ ਜੀ। ਬੱਚਾ ਜੀ ਅੱਜ ਸਾਡੇ ਘਰ ਦੇ ਵਿੱਚ ਦੁੱਖ ਹੈ ਜੀ, ਗਿਆਨੀ ਜੀ ਕੀ ਕਰੀਏ ਜੀ? ਅਖੰਡ ਪਾਠ ਕਰਾ ਲਓ, ਅਖੰਡ ਪਾਠ ਕਰਾ ਲਓ, ਸਤਿਗੁਰੂ ਦੇ ਚਰਨ ਪਵਾਓ, ਦੁੱਖ ਸੁੱਖ 'ਚ ਤਬਦੀਲ ਹੋ ਜਾਏਗਾ। ਕਮਾਲ ਹੋ ਗਈ ਹੈ। ਗੁਰੂ ਗਿਆਨ ਦੀ ਮੱਤ, ਗੁਰੂ ਗਿਆਨ ਦਾ ਪ੍ਰਕਾਸ਼, ਗੁਰੂ ਦੀ ਬਾਣੀ ਦੀ ਸਮਝ ਦਿੱਤੀ ਨਹੀਂ ਜਾ ਰਹੀ। ਪਖੰਡ ਚਲਾਏ ਜਾ ਰਹੇ ਨੇ, ਉਪਾਵ ਦੱਸੇ ਜਾ ਰਹੇ ਨੇ। ਆਹ ਸ਼ਬਦ ਦਾ ਪਾਠ ਕਰਿਆ ਕਰੋ, ਆਹ ਸੰਕਟ ਮੋਚਨ ਗ੍ਰੰਥ, ਦੁੱਖ ਭੰਜਨੀ ਗ੍ਰੰਥ, ਕਿਤੇ ਇਹਨਾਂ ਦੀਆਂ ਹੈਡਿੰਗਸ ਪੜ੍ਹ ਕੇ ਦੇਖਿਓ, ਹੈਰਾਨ ਹੋ ਜਾਓਗੇ ਤੁਸੀਂ ਵੀ ਆਹ ਸ਼ਬਦ ਫਲਾਣੇ ਸਮੇਂ ਵਾਸਤੇ, ਆਹ ਸ਼ਬਦ ਫਲਾਣੇ ਸਮੇਂ ਵਾਸਤੇ, ਆਹ ਸ਼ਬਦ ਫਲਾਣੇ ਸਮੇਂ ਵਾਸਤੇ। ਸਤਿਗੁਰੂ ਕਹਿੰਦੇ ਨੇ ਉਪਾਵ ਸਿਆਣਪ ਸਗਲ ਛੱਡ। ਜੇ ਤੂੰ ਪ੍ਰਮਾਤਮਾ ਜੀ ਦੇ ਕੋਲੋਂ ਸੱਚ ਦਾ ਗਿਆਨ ਲੈਣਾ ਚਾਹੁੰਦਾ, ਆਹ ਜਿਹੜੇ ਆਪਣੇ ਮਰਜ਼ੀ ਦੇ ਜਿਹੜੇ ਉਪਾਵ ਕਰਦਾ ਰਹਿੰਦਾ ਨਾ, ਆਹ ਛੱਡ ਦੇ। ਆਹ ਸਿਆਣਪਾਂ ਚਤੁਰਾਈਆਂ ਸਾਰੀਆਂ ਝੋਲੇ ਵਿੱਚ ਪਾ ਦੇ, ਛੱਡ ਦੇ।
सब कुछ छड़ छड़ा के कर की गुरु की चरनी लाग। सतगुरु जी के शब्द रूपी ਚਰਨਾਂ ਦੇ ਨਾਲ ਲੱਗ, ਗੁਰੂ ਕੇ ਸ਼ਬਦਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਤੋਰ, ਗੁਰੂ ਦੀ ਮੱਤ ਨੂੰ ਫਾਲੋ ਕਰ, ਗੁਰੂ ਦਾ ਗਿਆਨ ਆਪਣੇ ਜੀਵਨ ਵਿੱਚ ਪ੍ਰਗਾਸ਼ ਕਰ। ਅਗਲੀਆਂ ਪੰਕਤੀਆਂ, ਤਿਸ ਹੈ ਪ੍ਰਾਪਤ ਰਤਨ ਹੋਏ। ਕਹਿੰਦੇ ਜਿਹੜੇ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਨੇ, ਆਪਣੀਆਂ ਚਤੁਰਾਈਆਂ ਸਿਆਣਪਾਂ ਛੱਡ ਦਿੰਦੇ ਨੇ, ਤਿਸੈ ਪ੍ਰਾਪਤ, ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਹੈ ਕਿ ਰਤਨ ਹੋਏ। ਰਤਨ ਦਾ ਅਰਥ ਕੀ ਹੈ? ਗੁਰੂ ਜੀ ਦੇ ਸ਼ਬਦ, ਗੁਰੂ ਜੀ ਦਾ ਗਿਆਨ ਸਾਡੇ ਵਾਸਤੇ ਰਤਨ ਹੈ। ਇਹ ਰਤਨ ਐਸਾ ਹੈ ਜੋ ਸਾਡੇ ਜੀਵਨ ਨੂੰ ਅਮੀਰ ਕਰ ਦਿੰਦਾ ਹੈ। ਰਤਨਾਂ ਦਾ ਮਤਲਬ ਕੀ ਹੈ? ਕਿਸੇ ਕੋ ਰਤਨ ਹੋਵੇ ਆਪਾਂ ਕਹਿੰਦੇ ਅਮੀਰ ਹੈ। ਗੁਰੂ ਗਿਆਨ, ਗੁਰੂ ਸ਼ਬਦ ਰਤਨ ਐਸਾ ਹੈ, ਮੱਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਸਾਡੇ ਗੁਰੂ ਦੀ ਇੱਕ ਸਿੱਖਿਆ, ਜੇ ਕੋਈ ਗੁਰੂ ਜੀ ਦਾ ਇੱਕ ਬਚਨ ਵੀ ਆਪਣੇ ਪੱਲੇ ਬੰਨ ਲਵੇ, ਉਹ ਰਤਨਾ ਜ਼ਿਵਰਾਤ, ਸ਼ੁਭ ਗੁਣਾ ਰੂਪੀ ਰਤਨ ਜ਼ਿਵਰਾਤ ਉਹਦੇ ਹਿਰਦੇ 'ਚ ਆ ਜਾਣਗੇ। ਉਹ ਦੁਨੀਆ ਦਾ ਅਮੀਰ ਹੋ ਜਾਵੇਗਾ। ਤਿਸੈ ਪ੍ਰਾਪਤ ਰਤਨ ਹੋਏ। ਉਹਨੂੰ ਹੀ ਇਹ ਸੱਚ ਰੂਪੀ ਗਿਆਨ ਦੇ, ਗੁਰਮਤ ਦੇ ਰਤਨ ਮਿਲਦੇ ਹਨ, ਜਿਸ ਮਸਤਕ ਹੋਵੇ ਭਾਗ। ਜੋ ਆਪਣੇ ਮਸਤਕ, ਮਸਤਕ ਦਾ ਅਰਥ ਹੈ ਮੱਥਾ, ਮੱਥੇ ਵਿੱਚ ਕੀ ਹੈ? ਸਾਡੀ ਮੱਤ। ਜੋ ਮੱਥੇ ਵਿੱਚ, ਜੋ ਮੱਤ ਦੇ ਵਿੱਚ ਸੱਚ ਰੂਪੀ ਗਿਆਨ ਨੂੰ ਲਿਖਦਾ ਹੈ ਤੇ ਆਪਣੇ ਭਾਗ ਨੂੰ ਉਜਾਗਰ ਕਰਦਾ ਹੈ ਆਪਣੇ ਹਿੱਸੇ ਵਿੱਚ। ਇੱਥੇ ਭਾਗ ਦਾ ਅਰਥ ਹੈ ਹਿੱਸਾ। ਆਪਣੇ ਹਿੱਸੇ ਵਿੱਚ ਗੁਰਮਤ ਨੂੰ ਲੈ ਕੇ ਆਉਂਦਾ ਹੈ ਤੇ ਗੁਰਮਤ ਨੂੰ ਅਪਣਾ ਕੇ ਸੱਚ ਦੇ ਰਸਤੇ ਤੇ ਤੁਰ ਪੈਂਦਾ ਹੈ। ਉਹਦੇ ਜੀਵਨ ਦੇ ਵਿੱਚ ਸੱਚ ਰੂਪੀ ਅਮੋਲ ਗੁਰੂ ਸ਼ਬਦ ਰੂਪੀ ਰਤਨ ਵਸ ਜਾਂਦੇ ਨੇ। ਤਿਸੈ ਪ੍ਰਾਪਤ ਭਾਈ ਹੋ, ਜਿਸ ਦੇਵੈ ਪ੍ਰਭ ਆਪ। ਹੁਣ ਸਤਿਗੁਰੂ ਜੀ ਅਰਦਾਸ ਤੇ ਪ੍ਰੇਮ ਦੇ ਨਾਲ ਪ੍ਰਮਾਤਮਾ ਦੇ ਅੱਗੇ ਸਮਰਪਣ ਕਰਦੇ ਹੋਏ ਇਹ ਗੱਲ ਸਾਨੂੰ ਸਮਝਾਉਂਦੇ ਵੀ ਇਹ ਨਾ ਮਾਣ ਕਰੀਂ। ਉਦਮ ਕੀਤਾ ਹੈ, ਤੁਰਿਆ ਵਾਂ ਗੁਰੂ ਦੇ ਰਸਤੇ ਤੇ, ਗੁਰਬਾਣੀ ਸਮਝ ਆਉਣ ਲੱਗ ਪਈ ਹੈ। ਜੀ ਕੀਤਾ ਹੈ ਚੰਗੇ ਗੁਣਾਂ ਨੂੰ ਜੀਵਨ ਵਿੱਚ ਵਸਾਵਾਂ। ਗੁਣ ਵਸਣ ਲੱਗ ਪਏ ਨੇ, ਮਨ ਭਲਾ ਸੋਚਣ ਲੱਗ ਪਿਆ ਮਾਨਵਤਾ ਦਾ। ਹੁਣ ਇਹ ਨਾ ਕਿਤੇ ਤੇਰੇ ਜੀਵਨ 'ਚ ਆ ਜਾਵੇ ਤੂੰ ਇਹ ਤੂੰ ਕੀਤਾ ਹੈ, ਨਾ, ਇਹ ਕਿਹਨੇ ਕੀਤਾ ਹੈ? ਤਿਸੇ ਪ੍ਰਾਪਤ ਭਾਈ ਹੋ, ਜਿਸ ਦੇਵੇ ਪ੍ਰਭ ਆਪ। ਇਹ ਪ੍ਰਮਾਤਮਾ ਨੇ ਆਪ ਹੀ ਕਿਰਪਾ ਕੀਤੀ ਹੈ। ਉਹ ਆਪ ਤੁਰਠਿਆ ਹੈ ਮੇਰੇ ਜੀਵਨ ਤੇ। ਮੈਂ ਉਹਦੇ ਸਾਹਮਣੇ ਆਪਣਾ ਜੀਵਨ ਰੱਖਿਆ ਹੈ। ਉਹਨੇ ਮੇਰੇ ਜੀਵਨ ਵਿੱਚ, ਗੁਰੂ ਜੀ ਨੇ ਮੇਰੇ ਜੀਵਨ ਨੂੰ ਤਰਾਸ਼ਿਆ, ਮੇਰੇ ਅੰਦਰ ਸੱਚ ਦਾ ਪ੍ਰਗਾਸ਼ ਕੀਤਾ। ਗੁਰੂ ਸ਼ਬਦ, ਗੁਰੂ ਗਿਆਨ ਤੋਂ ਮੈਂ ਜੀਵਨ ਵਿੱਚ ਸੱਚ ਨੂੰ ਲਿਆਂਦਾ। ਹੁਣ ਤੁਰਠਿਆ ਕੌਣ ਆ? ਤਿਸੇ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਭ ਆਪ। ਹੇ ਮੇਰੇ ਭਰਾਵੋ, ਹੇ ਮੇਰੇ ਵੀਰੋ, ਇਹ ਸੱਚ ਜਾਣਿਓ, ਇਹ ਸੱਚਾ ਪ੍ਰੇਮ ਉਸੇ ਨੂੰ ਮਿਲਦਾ ਹੈ ਜੋ ਗੁਰੂ ਦੇ ਰਾਹੀਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਨੇ ਤੇ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਉਹਨਾਂ ਦੇ ਅੰਦਰ ਇਹ ਪ੍ਰੇਮ, ਇਹ ਪ੍ਰੀਤ ਸੱਚ ਦੀ ਵਸਾ ਦਿੰਦਾ ਹੈ। ਸਤਿਗੁਰ ਕੀ ਸੇਵਾ ਸੋ ਕਰੇ। ਅਗਲੀਆਂ ਪੰਕਤੀਆਂ। ਹੁਣ ਇਹ ਅਹਿਸਾਸ ਹੋ ਗਿਆ ਹੈ ਮੈਂ ਕੁਝ ਨਹੀਂ, ਸਭ ਕੁਝ ਕਰਨ ਵਾਲਾ ਮੇਰਾ ਪ੍ਰਮਾਤਮਾ ਹੈ। ਉਹਨੇ ਕੀਤਾ ਹੈ, ਉਹਨੇ ਮੈਨੂੰ ਤੋਰਿਆ ਹੈ। ਮੈਂ ਤੇ ਆਪਣੇ ਗੁਰੂ ਦੀ ਬਾਂਹ ਫੜੀ। ਮੇਰੇ ਗੁਰੂ ਮੈਨੂੰ ਗੁਰੂ ਸ਼ਬਦ ਦੀ ਗਿਆਨ, ਗੁਰੂ ਜੀ ਦੇ ਬਚਨ ਮੇਰੇ ਜੀਵਨ ਵਿੱਚ ਮੈਂ ਵਸਾਉਣੇ ਸ਼ੁਰੂ ਕੀਤੇ। ਬੁਰਾਈਆਂ ਮਿਟਣ ਲੱਗੀਆਂ, ਸੱਚ ਵਸਣ ਲੱਗਾ। ਕੀ ਹੋਇਆ? ਸਤਿਗੁਰੂ ਕੀ ਸੇਵਾ ਸੋ ਕਰੇ। ਗੁਰੂ ਦੀ ਸੇਵਾ ਵੀ ਫਿਰ ਉਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਦੇ ਵਿੱਚੋਂ ਹਉਮੈ ਦਾ ਤਾਪ ਮੁੱਕ ਜਾਂਦਾ ਹੈ। ਗੁਰੂ ਦੀ ਸੇਵਾ ਵੀ ਉਹੀ ਮਨੁੱਖ ਕਰ ਸਕਦਾ ਹੈ। ਸਤਿਗੁਰੂ ਕੀ ਸੇਵਾ ਸੋ ਕਰੇ। ਗੁਰੂ ਜੀ ਦੀ ਸੇਵਾ ਵੀ, ਗੁਰੂ ਦੀ ਮੱਤ ਤੇ ਤੁਰਨ ਵਾਲਾ ਵੀ ਉਹੀ ਬਣ ਸਕਦਾ ਹੈ ਜਿਸ ਬਿਨਸੈ ਹਉਮੈ ਤਾਪ, ਜਿਹਨੇ ਆਪਣੇ ਵਿੱਚੋਂ ਮੈਂ, ਹਉਮੈ ਦੇ ਤਾਪ ਨੂੰ ਨਾਸ਼ ਕਰ ਦਿੱਤਾ ਹੈ। ਆਖਰੀਆਂ ਪੰਕਤੀਆਂ। ਨਾਨਕ ਕੋ ਗੁਰ ਭੇਟਿਆ,
ਬਿਨਸੇ ਸਗਲ ਸੰਤਾਪ। ਨਾਨਕ ਜੀ ਆਖਦੇ ਨੇ ਕੋਦਾਰਥਿਆਂ ਨੂੰ ਗੁਰੂ ਭੇਟਿਆ ਗੁਰੂ ਮਿਲਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਸੱਚਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਬਾਣੀ ਦਾ ਪ੍ਰੇਮ ਮਿਲਦਾ ਹੈ, ਉਹ ਕੀ ਹੁੰਦਾ ਹੈ? ਬਿਨਸੇ ਸਗਲ ਸੰਤਾਪ। ਉਸ ਦੇ ਸਾਰੇ ਕਲੇਸ਼ ਜੀਵਨ ਦੇ ਵਿੱਚੋਂ ਦੂਰ ਹੋ ਜਾਂਦੇ ਹਨ। ਸਾਨੂੰ ਕੋਈ ਟੇਵਾ ਸ਼ੇਵਾ ਲਵਾਉਣ ਦੀ ਲੋੜ ਨਹੀਂ ਹੈ। ਸਾਨੂੰ ਕੋਈ ਦਿਨ ਵਾਰ ਥਿਤ ਮੁਹੂਰਤ ਪੜ੍ਹਾਉਣ ਦੀ ਲੋੜ ਨਹੀਂ ਹੈ। ਸਾਨੂੰ ਕੋਈ ਉਪਾਵ ਕਰਨ ਦੀ ਲੋੜ ਨਹੀਂ ਹੈ। ਇੱਕ ਹੀ ਇੱਕ ਉਪਾਵ ਹੈ, ਸਮਰਪਣ ਕਰਨਾ ਹੈ ਆਪਣੇ ਆਪ ਨੂੰ ਸ਼ਬਦ ਗੁਰੂ ਜੀ ਦੇ ਅੱਗੇ। ਬਾਣੀ ਨੂੰ ਐਜ਼ ਇਟ ਇਜ਼ ਜੀਵਨ ਦੇ ਵਿੱਚ ਫਾਲੋ ਕਰਨਾ ਹੈ। ਜੋ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਉਹਨਾਂ ਦੇ ਮੁਤਾਬਕ ਜੀਵਨ ਨੂੰ ਢਾਲਦੇ ਜਾਣਾ ਹੈ। ਹਉਮੈ ਖਤਮ ਕਰਦੇ ਜਾਣਾ ਹੈ। ਮੈਂ ਮੇਰੀ ਸਿਆਣਪਾਂ ਚਤੁਰਾਈਆਂ ਜੀਵਨ ਵਿੱਚੋਂ ਮੁਕਾਉਂਦੇ ਜਾਣਾ ਹੈ। ਇੱਕੋ ਇੱਕ ਭਰੋਸਾ ਅਕਾਲ ਪੁਰਖ ਤੇ ਬਣਾ ਲੈਣਾ ਹੈ। ਜਿੱਦਣ ਇਹ ਅਵਸਥਾ ਬਣ ਗਈ ਨਾ, ਸਭ ਕਹਿੰਦੇ ਸਾਰੇ ਦੁੱਖ ਸਾਰੇ ਦਰਦ ਜੀਵਨ ਦੇ ਵਿੱਚੋਂ ਨਾਸ਼ ਹੋ ਜਾਣਗੇ। ਜੀਵਨ ਨਿਰਮਲ ਪਵਿੱਤਰ ਤੇ ਪਿਆਰਾ ਬਣ ਜਾਵੇਗਾ। ਸੋ ਅੱਜ ਦੇ ਇਹ ਪਾਵਨ ਸ਼ਬਦ 78 ਨੰਬਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼੍ਰੀ ਰਾਗ ਜੀ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ 8ਵਾਂ ਨੰਬਰ ਸ਼ਬਦ ਹੈ ਤੇ ਕੁੱਲ ਗਿਣਤੀਆਂ ਸ਼੍ਰੀ ਰਾਗ ਦੇ ਸ਼ਬਦਾਂ ਦੀਆਂ 78 ਨੇ। ਆਸ ਕਰਦਾ ਹਾਂ ਗੁਰਮਤਿ ਸਾਡੇ ਪੱਲੇ ਪਵੇਗੀ, ਅਸੀਂ ਗੁਰਬਾਣੀ ਨੂੰ ਸਮਝਾਂਗੇ, ਗੁਰਬਾਣੀ ਤੋਂ ਜਾਣੂ ਹੋਵਾਂਗੇ। ਵੀਰ ਮੇਰਿਓ, ਇੱਕ ਹੀ ਕਰਮ ਆ, ਆਪਣੀ ਪੜਚੋਲ ਕਰਨੀ, ਦੂਜਿਆਂ ਨੂੰ ਵਿਖਾਉਣ ਵਾਸਤੇ ਨਹੀਂ ਜੀਵਨ ਜਿਉਣਾ। ਗੁਰੂ ਜੀ ਦੇ ਰਾਹੀਂ ਪਰਮਾਤਮਾ ਨੂੰ ਇਹ ਜੀਵਨ ਪ੍ਰਵਾਨ ਹੋ ਜਾਵੇ, ਇਸ ਵਾਸਤੇ ਜੀਵਨ ਜਿਉਣਾ ਹੈ। ਆਓ ਗੁਰੂ ਦੀ ਮੱਤ ਅਪਣਾਈਏ, ਗੁਰੂ ਦੇ ਦੱਸੇ ਰਾਹ 'ਤੇ ਚੱਲੀਏ। ਅਨਮਤੀ ਤੋਂ ਹਾਰ ਕਰਮਕਾਂਡ ਪਖੰਡਾਂ ਤੋਂ ਉੱਪਰ ਉੱਠ ਕੇ ਸੱਚ ਦੇ ਰਾਹ 'ਤੇ ਚੱਲੀਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ। ਭੁੱਲ ਗਲਤੀ ਦੀ ਖਿਮਾ। ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਉਚਾਰਨ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ ਲੈਣਾ ਜੀ। ਬਹੁਤ ਬਹੁਤ ਇੱਕ ਵਾਰ ਫਿਰ ਖਿਮਾ ਕਰਨਾ। ਆਪ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜੋ ਪਿਆਰ ਬਖਸ਼ਦੇ ਹਨ, ਗੁਰੂ ਦੀ ਮੱਤ ਨਾਲ ਜੋੜਦੇ ਹਨ। ਆਪਾਂ ਰਲ ਮਿਲ ਕੇ ਗੁਰੂ ਦੀ ਮੱਤ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।